ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ। ਘਰ ਪਹਿਲਾ ਸੋਦਰ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਸਰਬੱਤ ਸੰਗਤਾਂ ਔਰ ਮਦਿਆਲੇ ਦੇ ਵਿਦਿਆਰਥੀ ਸੰਗਤ ਰੂਪ ਦੇ ਅੰਦਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਲਾਹਾ ਪ੍ਰਾਪਤ ਕਰਕੇ ਜਿੱਥੇ ਪਾਠ ਬੋਧ ਹੈ ਇਹਦੇ ਨਾਲ ਹੀ ਗੁਰਬਾਣੀ ਦੇ ਅਰਥਾਂ ਦੁਆਰਾ ਆਤਮਿਕ ਬੋਧ ਮਨੁੱਖਾ ਸਰੀਰ ਦੀ ਸਫਲਤਾ ਇਹ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਕਥਾ ਦੁਆਰਾ ਖਾਲਸੇ ਪੰਥ ਨੂੰ ਬਖਸ਼ਿਆ। ਸੋ ਮਨ ਬਿਰਤੀਆਂ ਇਕਾਗਰ ਕਰੋ। ਕੱਲ ਗੌੜੀ ਰਾਗ ਸੰਪੂਰਨ ਕਰਵਾ ਲਿਆ ਮਹਾਰਾਜ ਸਾਹਿਬ ਜੀ ਨੇ। ਅਰਦਾਸ ਹੋ ਚੁੱਕੀ ਹੈ। ਸੋ ਅੱਜ ਆਸਾ ਰਾਗ ਪ੍ਰਾਰੰਭ ਹੋ ਰਿਹਾ ਹੈ। ਜਦੋਂ ਰਾਗ ਪ੍ਰਾਰੰਭ ਹੁੰਦਾ ਹੈ ਕੁਝ ਵਿਸ਼ੇਸ਼ ਵਿਚਾਰਾਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਵੇਲੇ ਕੁਝ ਵਿਸ਼ੇਸ਼ ਵਿਚਾਰਾਂ ਨੇ ਕਿ ਉਹ ਕਥਾ ਸੰਬੰਧੀ ਜਾਂ ਕਥਾ ਦੀ ਪਰੰਪਰਾ ਅਰਥਾਂ ਦੀ ਪ੍ਰਣਾਲੀ ਉਹ ਸਾਰਾ ਇਤਿਹਾਸ ਸੀ। ਜਿਵੇਂ ਜਦੋਂ ਰਾਗ ਸ਼ੁਰੂ ਹੁੰਦਾ ਹੈ ਫਿਰ ਉਸ ਰਾਗ ਸੰਬੰਧੀ ਕੁਝ ਵਿਚਾਰਾਂ ਹੁੰਦੀਆਂ ਜੋ ਜ਼ਰੂਰੀ ਹਨ। ਸੋ ਗੁਰੂ ਕਿਰਪਾ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇਹ 31 ਰਾਗਾਂ ਵਿੱਚ ਵੰਡੀ ਹੋਈ। ਇਹਦੇ ਵਿੱਚ ਸ੍ਰੀ ਰਾਗ ਸੰਪੂਰਨ ਮਹਾਰਾਜ ਨੇ ਕਰਵਾਇਆ। ਮਾਝ ਰਾਗ ਹੋਇਆ, ਗੌੜੀ ਰਾਗ ਹੋਇਆ। 3 ਰਾਗ ਸੰਪੂਰਨ ਹੋ ਗਏ। ਉਹ ਸਾਰੇ ਰਾਗਾਂ ਨੂੰ ਜੇ ਆਪਾਂ ਗਿਣਤੀ ਅਨੁਸਾਰ ਦੇਖੀਏ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਡਹੰਸ ਸੋਟ ਧਨਾਸਰੀ ਜੈਸਰੀ ਟੋਡੀ ਬੈਰਾੜੀ ਤਿਲੰਗ ਸੂਈ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੋੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ। ਇੱਥੇ ਤੱਕ 30 ਰਾਗ ਹੋ ਗਏ। ਇਹ ਕਰਤਾਰਪੁਰ ਸਾਹਿਬ ਵਾਲੇ ਸਰੂਪ 'ਚ ਹੈ। ਤੇ ਅਗਲਾ 31ਵਾਂ ਰਾਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਪਣਾ ਰਾਗ ਹੈ ਜੈ ਜੈਵੰਤੀ ਰਾਗ। ਸੋ ਇਸ ਕਰਕੇ ਇਹ ਹੈ 31 ਰਾਗ। ਇਹਨਾਂ ਵਿੱਚ ਰਾਗ ਆਸਾ ਦਾ ਚੌਥਾ ਸਥਾਨ ਹੈ। ਸ੍ਰੀ ਰਾਗ ਪਹਿਲਾ ਹੋ ਗਿਆ, ਮਾਝ ਦੂਸਰਾ ਹੋ ਗਿਆ ਤੇ ਇਸ ਤਰ੍ਹਾਂ ਸ੍ਰੀ ਰਾਗ ਮਾਝ ਤੇ ਗੌੜੀ ਤੀਸਰਾ ਹੋ ਗਿਆ। ਇਸ ਤੋਂ ਅੱਗੇ ਹੈ ਆਸਾ ਰਾਗ। ਇਹ ਚੌਥੇ ਥਾਂ ਤੇ ਗੁਰੂ ਗ੍ਰੰਥ ਸਾਹਿਬ। ਇਹ ਤਾਂ ਅਸੀਂ ਰਾਗ ਸੰਬੰਧੀ ਕੁਝ ਗੱਲ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੋ ਅੰਮ੍ਰਿਤ ਬਚਨ ਵਰਤਿਆ ਹੈ ਇਹਦੇ ਨਾਲ ਸ਼ਬਦ ਸੋਦਰ ਆਇਆ। ਹੁਣੇ ਸੁਣਿਆ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ। ਹੁਣ ਸੋਦਰ ਜਿਹੜੇ ਨੇ ਇਹ 3 ਨੇ ਗੁਰੂ ਗ੍ਰੰਥ ਸਾਹਿਬ 'ਚ। ਦੇਖੋ ਜਿੱਥੇ ਸੋਦਰਾਂ ਦੇ ਭੇਦ ਆਪਾਂ ਪਿੱਛੇ ਵਿਚਾਰੇ ਹੈ ਤੇ ਉਹਨੂੰ ਦੁਬਾਰੇ ਫਿਰ ਸਿਮਰਤੀ 'ਚ ਲਾਓ। ਇਹ ਗੱਲ ਵਾਰ-ਵਾਰ ਵਿਚਾਰਨ ਵਾਲੀ ਹੈ ਕਿਉਂਕਿ ਇੱਥੇ ਸੋਦਰ ਆਇਆ। ਇਸ ਕਰਕੇ ਇਹਨਾਂ ਦੇ ਜਿਹੜੇ 3 ਭੇਦ ਹਨ। ਜਿਹੜਾ ਸੋਦਰ ਜਪਜੀ ਸਾਹਿਬ ਵਿੱਚ ਆਇਆ ਹੈ ਗੁਰੂ ਗ੍ਰੰਥ ਸਾਹਿਬ ਦੇ 6 ਅੰਗ ਤੇ ਉਹਦੇ ਵਿੱਚ ਤੇ ਜੋ ਰਹਿਰਾਸ ਦੇ ਵਿੱਚ ਆਇਆ ਹੈ 8 ਅੰਗ ਦੇ ਉੱਤੇ ਔਰ ਤੀਸਰਾ ਜੋ 347 ਅੰਗ ਤੇ ਹੈ। ਪਹਿਲਾ ਜਪਜੀ ਸਾਹਿਬ ਵਾਲਾ, ਦੂਸਰਾ ਰਹਿਰਾਸ ਵਾਲਾ, ਤੀਸਰਾ ਆਸਾ ਰਾਗ ਵਾਲਾ। ਇਹ 3 ਥਾਂ ਤੇ ਭੇਦ ਮਹਾਰਾਜ ਸਾਹਿਬ ਜੀ ਨੇ ਇਸ ਲਈ ਰੱਖਿਆ ਕਿ ਇਹਨਾਂ 3 ਥਾਵਾਂ ਤੇ ਵੱਖਰੇ ਵੱਖਰੇ ਥਾਵਾਂ ਤੇ ਇਹਦਾ ਉਚਾਰਨ ਹੋਇਆ। ਉਹ ਨਿਸ਼ਾਨੀ ਰੱਖਣ ਵਾਸਤੇ। ਨਹੀਂ ਤਾਂ ਫਿਰ ਕੋਈ ਸ਼ੰਕਾਵਾਦੀ ਕਹਿੰਦਾ ਜੀ ਕੋਈ ਸ਼ਬਦ 3 ਵਾਰੀ ਕਿਉਂ ਉਚਾਰਨ ਕਰ ਦਿੱਤਾ। ਚਲੋ ਸ਼ੰਕਾਵਾਦੀ ਤਾਂ ਹੁਣ ਵੀ ਬਹੁਤ ਕੁਝ ਕਹੀ ਜਾਂਦੇ ਆ, ਉਹਨਾਂ ਦਾ ਮਤ ਨਹੀਂ, ਪਰ ਸਮਝਣ ਵਾਸਤੇ ਗੱਲ। ਹੁਣ ਜਿਹੜਾ ਤਾਂ ਰਹਿਰਾਸ ਸਾਹਿਬ ਦੇ ਵਿੱਚ ਜਪਜੀ ਸਾਹਿਬ ਨਾਲੋਂ ਉਹਦਾ ਭੇਦ ਆ ਗਿਆ।
ਰਹਿ ਰਾਸ ਵਾਲੇ ਨਾਲੋਂ ਆਸਾ ਰਾਗ ਦਾ ਕੀ ਹੈ ਭੇਦ, ਉਹ ਹੁਣ ਤੁਸੀਂ ਪੋਥੀਆਂ ਦੇ ਵਿੱਚ ਨਾਲ ਨਾਲ ਧਿਆਨ ਰੱਖਣਾ ਹੈ। ਜਿਹੜਾ ਤਾਂ ਜਪਜੀ ਸਾਹਿਬ ਵਿੱਚ ਹੈ, ਇਹਦੇ ਚ ਆਉਂਦਾ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ। ਪਰ ਜਿਹੜਾ ਰਹਿ ਰਾਸ ਸਾਹਿਬ ਦੇ ਵਿੱਚ ਆਇਆ ਉਹਦੇ ਮੂਹਰੇ ਅੱਖਰਨ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਤਾਂ ਇਹ ਅੱਖਰ ਜਿਹੜੇ ਨੇ ਇਹਨਾਂ ਦਾ ਭੇਦ ਆ ਗਿਆ। ਜਪਜੀ ਸਾਹਿਬ ਵਿੱਚ ਇਹ ਅੱਖਰ ਨਹੀਂ ਹੈ, ਰਹਿ ਰਾਸ ਦੇ ਵਿੱਚ ਅੱਖਰ। ਹੁਣ ਜਦੋਂ ਆਸਾ ਰਾਗ ਦਾ ਜਿਹੜਾ ਹੁਣ ਪੋਥੀਆਂ ਚ ਆਪ ਜੀ ਦਰਸ਼ਨ ਕਰਦੇ ਹੋ, ਰਹਿ ਰਾਸ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੇ ਸੋ ਦਾ ਰਾਗ ਆਸਾ ਮਹੱਲਾ ਪਹਿਲਾ, ਇਹ ਅੱਖਰ ਪਹਿਲਾਂ ਆ ਗਏ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਆਸਾ ਰਾਗ ਦੇ ਵਿੱਚ ਆਇਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਦੋਂ ਬਾਅਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ, ਤੇ ਉੱਥੇ ਸੋਦਰ ਉੱਪਰ ਆਇਆ, ਰਾਗ ਆਸਾ ਮਹੱਲਾ ਪਹਿਲਾ ਬਾਅਦ ਵਿੱਚ ਆਇਆ। ਇੱਕ ਤਾਂ ਇਹ ਭੇਦ ਹੋ ਗਿਆ। ਅੱਗੇ ਚੱਲ ਕੇ ਅੱਖਰਾਂ ਦੇ ਵਿੱਚ ਜੋ ਭੇਦ ਹਨ ਜਪਜੀ ਸਾਹਿਬ ਵਿੱਚ, ਤੇ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ। ਰਹਿ ਰਾਸ ਦੇ ਵਿੱਚ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ ਸੰਭਾਲੇ। ਤੇ ਆਸਾ ਰਾਗ ਦੇ ਵਿੱਚ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵਹਿ ਸਰਬ, ਇੱਥੇ ਤੱਕ ਤਾਂ ਅੱਖਰ ਉਹੀ ਨਾ, ਤੇ ਇਹਦੇ ਸੰਭਾਲੇ ਹਲੰਤ ਲੱਗੀ ਹੋਈ ਹੈ। ਦੇਖੋ ਹੁਣ ਪੋਥੀ 'ਚ ਹਲੰਤ ਲੱਗੀ ਹੈ ਨਾ ਤੁਹਾਡੇ ਕੋਲ, ਉੱਥੇ ਰਹਿ ਰਾਸ ਦੇ ਵਿੱਚ ਜਾਂ ਜਪਜੀ ਸਾਹਿਬ ਦੇ 'ਚ ਹੈ ਨਹੀਂ। ਅੱਗੇ ਭੇਦ ਹੈ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨਹਾਰੇ। ਰਹਿ ਰਾਸ ਦੇ ਵਿੱਚ ਪੜਾਂਗੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨਹਾਰੇ। ਆਸਾ ਰਾਗ ਦੇ ਅੰਦਰ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਨਹਾਰੇ, ਇਹ ਜਪਜੀ ਸਾਹਿਬ ਦੇ ਨਾਲ ਮਿਲ ਗਏ ਅੱਖਰ। ਤੇ ਅੱਗੇ ਹੈ ਕੀਤੇ ਰਾਗ ਪਰੀਸੂ ਕਹੀਅਨ ਕੀਤੇ ਗਾਵਨ ਹਾਰੇ, ਇਹ ਜਪਜੀ ਸਾਹਿਬ ਦੇ ਵਿੱਚ ਹੈ। ਰਹਿ ਰਾਸ ਦੇ ਵਿੱਚ ਕੀਤੇ ਤੇਰੇ ਰਾਗ ਪਰੀ ਸਿਉ ਕਹੀਆ ਹੈ, ਉੱਥੇ ਕਹੀਅਨ ਤੇ ਇੱਥੇ ਕਹੀਆ ਹੈ। ਕੀਤੇ ਤੇਰੇ ਗਾਵਨ ਹਾਰੇ, ਇਹ ਭੇਦ ਆ ਗਿਆ। ਕੀਤੇ ਰਾਗ ਪਰੀ ਸਿਉ ਕਹੀਆ ਹੈ, ਕੀਤੇ ਤੇਰੇ ਗਾਵਨ ਹਾਰੇ, ਇਹ ਭੇਦ ਜਿਹੜਾ ਹੈ ਆਸਾ ਰਾਗ ਦੇ ਅੰਦਰ ਇਹ ਅੱਖਰ ਹਨ। ਜਪਜੀ ਸਾਹਿਬ ਦੇ ਵਿੱਚ ਅੱਗੇ ਆਪਾਂ ਚੱਲੀਏ ਗਾਵਹਿ ਤੁਹਨੂੰ ਹਾਹੇ ਨਾਲ, ਗਾਵਹਿ ਤੁਹਨੂੰ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਰਹਿ ਰਾਸ ਸਾਹਿਬ ਦੇ ਵਿੱਚ ਗਾਵਨ ਤੁਧਨੂੰ, ਇਹ ਤੁਧਨੂੰ ਤੇ ਤੁਹਨੂੰ ਦਾ ਅੰਤਰ ਆ ਗਿਆ, ਤੇ ਉੱਥੇ ਪੌਣ ਜਪਜੀ ਸਾਹਿਬ ਦੇ ਵਿੱਚ ਤੇ ਰਹਿ ਰਾਸ ਦੇ ਵਿੱਚ ਪਵਨ, ਇਹ ਦੋ ਅੱਖਰਾਂ ਦਾ ਇਹ ਭੇਦ ਆ ਗਿਆ। ਤੇ ਜਿਹੜਾ ਆਸਾ ਰਾਗ ਦੇ ਵਿੱਚ ਹੈ ਗਾਵਨ ਦੇ ਹੇਠਾਂ ਹਲੰਤ ਹੈ, ਇਹ ਭੇਦ ਉੱਥੇ ਗਾਵ ਹੈ। ਰਹਿ ਰਾਸ ਦੇ ਵਿੱਚ ਗਾਵਨ, ਪਰ ਗਾਵਨ ਦੇ ਇੱਕ ਹੋਰ ਭੇਦ ਆ ਗਿਆ ਕਿ ਹੇਠਾਂ ਹਲੰਤ ਲੱਗ ਗਈ ਗਾਵਨ। ਤੁਧ ਨੂੰ ਸ਼ਬਦ ਰਹਿ ਰਾਸ ਵਾਲਾ ਹੈ, ਤੇ ਰਹਿ ਰਾਸ ਦੇ ਪਵਨ ਆਇਆ ਹੈ, ਜਪਜੀ ਸਾਹਿਬ ਦੇ ਵਿੱਚ ਪੌਣ ਆਇਆ ਹੈ, ਆਸਾ ਰਾਗ ਦੇ ਵਿੱਚ ਫਿਰ ਪੌਣ ਹੀ ਵਰਤਿਆ। ਇੱਥੇ ਇਹ ਭੇਦ ਜਾਣਨਾ। ਜਿਹੜਾ ਅੱਗੇ ਹੈ ਜਾਂ ਬਸੰਤਰ ਸ਼ਬਦ ਹੈ ਜਾਂ ਰਾਜਾ ਧਰਮ ਦੁਆਰੇ, ਇਹਦੇ 'ਚ ਥੋੜਾ ਜਿਹਾ ਅੰਤਰ ਹੈ। ਗਾਵੇ ਰਾਜਾ ਧਰਮ ਦੁਆਰੇ, ਜਪਜੀ ਸਾਹਿਬ ਦੇ ਵਿੱਚ ਤਾਂ ਇਹ ਅੱਖਰ ਨੇ। ਗਾਵੇ ਤੁਹਾਨੂੰ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ, ਤੇ ਇਧਰ ਰਹਿ ਰਾਸ ਦੇ ਵਿੱਚ ਗਾਵੇ ਰਾਜਾ ਧਰਮ ਦੁਆਰੇ, ਇਹਦੇ ਵਿੱਚ ਸਾਧ ਸਿੰਘ ਜੀ ਥੋੜਾ ਜਿਹਾ ਅੰਤਰ ਇਹ ਹੈ ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਇਹਦੇ ਚ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਨ ਹਲੰਤ ਦੇ ਨਾਲ ਹੈ, ਪੌਣ ਜਿਹੜਾ ਹੈ ਤੇ ਉਹਦੇ ਤੇ ਪਵਨ ਦੇ ਥਾਂ ਤੇ ਪੌਣ, ਤੇ ਉਧਰ ਜਿਹੜਾ ਜਪਜੀ ਸਾਹਿਬ ਦੇ ਵਿੱਚ ਪੌਣ, ਉੱਥੇ ਨਾਣਾ ਜਿਹੜਾ ਹੈ ਉਹਨੂੰ ਔਂਕੜ ਨਹੀਂ ਹੈ, ਪਰ ਇੱਥੇ ਲੱਗਿਆ ਹੋਇਆ।
ਤੇ ਬਾਕੀ ਦੇ ਅੱਖਰ ਜਿਹੜੇ ਨੇ ਉਹ ਉਸੇ ਤਰ੍ਹਾਂ ਨੇ। ਬੈਸਾਂਤਰ ਤੇ ਗਾਵਾ ਰਾਜਾ ਧਰਮ ਦਾ ਇਹਦੇ 'ਚ ਫਰਕ ਨਹੀਂ। ਇਸ ਤੋਂ ਅੱਗੇ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਰਹਿ ਰਾਸ ਇਹ ਤਾਂ ਹੋ ਗਿਆ ਨਾ ਜਪਜੀ ਸਾਹਿਬ ਵਾਲਾ। ਰਹਿ ਰਾਸ ਦੇ ਵਿੱਚ ਆਏਗਾ ਗਾਵਨ ਤੁਧਨੋਂ, ਇਹ ਤੁਧਨੋਂ ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਇੱਕ ਤਾਂ ਗਾਵ ਹੈ ਤੇ ਗਾਵਨ ਦਾ ਅੰਤਰ ਹੋ ਗਿਆ ਰਹਿ ਰਾਸ ਦੇ ਵਿੱਚ। ਤੇ ਗਾਵਨ ਸ਼ਬਦ ਜਿਹੜਾ ਹੈ ਆਸਾ ਰਾਗ ਦੇ ਵਿੱਚ ਹੈ, ਪਰ ਹੇਠਾਂ ਹਲੰਤ ਲੱਗੀ ਹੋਈ ਹੈ, ਇਹ ਫਰਕ ਹੈ। ਇਸ ਕਰਕੇ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ, ਤੇ ਜਾਣ ਹੈ ਸ਼ਬਦ ਦੇ ਥਾਂ ਕਿਉਂਕਿ ਜਾਣਨ, ਆਸਾ ਰਾਗ ਦੇ ਜਾਣਨ, ਤੇ ਇਹ ਰਹਿ ਰਾਸ ਦੇ ਵਿੱਚ ਵੀ ਜਾਣਨ। ਲਿਖ ਲਿਖ ਧਰਮ ਵਿਚਾਰੇ, ਜਿਹੜਾ ਬੱਬੇ ਦੇ ਨਾਲ ਹੈ, ਰਹਿ ਰਾਸ ਦੇ ਵਿੱਚ ਬੱਬੇ ਨਾਲ ਆ ਗਿਆ, ਜਪਜੀ ਸਾਹਿਬ 'ਚ ਵਾਵੇ ਨਾਲ ਆ ਗਿਆ, ਆਸਾ ਰਾਗ ਦੇ ਵਿੱਚ ਫੇਰ ਵਾਵੇ ਨਾਲ ਆ ਵਿਚਾਰੇ। ਇਸ ਤੋਂ ਅੱਗੇ ਜਪਜੀ ਸਾਹਿਬ 'ਚ ਆ ਗਿਆ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਤੇ ਇਹਦੇ ਨਾਲ ਫਿਰ ਰਹਿ ਰਾਸ ਦੇ ਵਿੱਚ ਆ ਗਿਆ ਗਾਵਨ ਤੁਧਨੋਂ, ਤੁਧਨੋਂ ਸ਼ਬਦ ਜਿਹੜਾ ਹੈ, ਤੇ ਇਹਦੇ ਨਾਲ ਫਿਰ ਈਸ਼ਰ। ਜਪਜੀ ਸਾਹਿਬ ਦੇ ਵਿੱਚ ਹੈ ਬੱਬਾ ਰਾਰਾ ਮੰਮਾ ਬਰਮਾ, ਰਹਿ ਰਾਸ ਦੇ ਵਿੱਚ ਬ੍ਰਹਮਾ ਹਾਹੇ ਦੇ ਨਾਲ। ਸੋਹਣ ਸਦਾ ਸਵਾਰੇ, ਇੱਥੇ ਰਹਿ ਰਾਸ ਦੇ ਵਿੱਚ ਦੇਵੀ ਸੋਹਣ ਤੇਰੇ ਸਦਾ ਸਵਾਰੇ ਆ ਗਿਆ। ਤੇ ਰਹਿ ਰਾਸ ਸਾਹਿਬ ਦੇ ਅੰਦਰ ਇਸ ਤਰ੍ਹਾਂ ਦਾ ਪੇਜ ਹੈ, ਤੇ ਉਹਦੇ ਵਿੱਚ ਇੰਨਾ ਹੀ ਹੈ। ਆਸਾ ਰਾਗ ਦੇ ਵਿੱਚ ਵੀ ਗਾਵਨ ਨੂੰ ਹਲੰਤ ਲੱਗੀ ਹੋਈ ਹੈ। ਗਾਵਨ ਤੁਧਨੋਂ ਈਸ਼ਰ ਬ੍ਰਹਮਾ, ਬ੍ਰਹਮਾ ਸ਼ਬਦ ਜਿਹੜਾ ਹੈ ਉਹ ਸਾਸ ਦੀ ਰਹਿ ਰਾਸ ਵਾਲਾ ਪਦ ਉਸੇ ਤਰ੍ਹਾਂ ਵਰਤਿਆ ਹੈ। ਦੇਵੀ ਸੋਹਣ ਤੇਰੇ ਸਦਾ ਸਵਾਰੇ, ਇਹ ਅੱਖਰ ਆਸਾ ਰਾਗ ਦੇ ਆਪਸ ਵਿੱਚ ਮਿਲਦੇ ਹੈ, ਦੇਵੀ ਸੋਹਣ ਤੇਰੇ ਸਦਾ ਸਵਾਰੇ। ਜਦੋਂ ਕਿ ਜਪਜੀ ਸਾਹਿਬ ਦੇ ਵਿੱਚ ਸੋਹਣ ਸਦਾ ਸਵਾਰੇ ਸ਼ਬਦ ਆਇਆ, ਸੋਹਣ ਤੇਰੇ ਸਦਾ ਸਵਾਰੇ, ਤੇਰੇ ਸ਼ਬਦ ਦੋਨੇ ਪਾਸੇ ਤੇ ਆ ਗਿਆ। ਇਹ ਭੇਦ ਭਾਵੇਂ ਬਹੁਤੇ ਨਹੀਂ, ਥੋੜੇ ਥੋੜੇ ਆ, ਪਰ ਇਹਨਾਂ ਨੂੰ ਸਮਝਣ ਦੀ ਲੋੜ ਪੈਂਦੀ ਹੈ। ਅੱਗੇ ਚੱਲਦੇ ਹਾਂ। ਗਾਵ ਹੈ ਇੰਦ ਇੰਦਾਸਨ ਬੈਠੇ, ਜਪਜੀ ਸਾਹਿਬ। ਰਹਿ ਰਾਸ ਦੇ ਵਿੱਚ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਾ ਨਾਲ। ਆਸਾ ਰਾਗ ਦੇ ਅੰਦਰ ਹਲੰਤ ਲੱਗੀ ਆ ਗਾਵਨ ਦੇ ਹੇਠਾਂ। ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਾ ਨਾਲ। ਇਸ ਤੋਂ ਅੱਗੇ ਜਪਜੀ ਸਾਹਿਬ ਤੇ ਚਲੋ। ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਰਹਿ ਰਾਸ ਸਾਹਿਬ ਦੇ ਅੰਦਰ ਗਾਵ ਹੈ ਦੇ ਥਾਂ ਤੇ ਗਾਵਨ ਹੈ, ਤੇ ਨਾਲ ਤੁਧਨੋਂ ਸ਼ਬਦ ਲੱਗਿਆ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਜਦੋਂ ਕਿ ਜਪਜੀ ਸਾਹਿਬ ਦੇ ਵਿੱਚ ਗਾਵ ਹੈ ਸਿੱਧ ਸਮਾਧੀ ਅੰਦਰ ਇੰਨੇ ਅੱਖਰ ਸੀ। ਤੇ ਆਸਾ ਰਾਗ ਦੇ ਅੰਦਰ ਗਾਵਨ ਦੇ ਨੰਨੇ ਦੇ ਹੇਠਾਂ ਹਲੰਤ ਲੱਗੀ ਹੋਈ ਹੈ, ਇਹ ਭੇਦ ਹੈ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਨੰਨੇ ਦੇ ਹੇਠਾਂ ਫੇਰ ਹਲੰਤ ਹੈ, ਤੁਧਨੋਂ ਸਾਧ ਵਿਚਾਰੇ। ਹੁਣ ਇਹ ਭੇਦ ਆਇਆ ਵੀ ਇੱਥੇ ਜਪਜੀ ਸਾਹਿਬ 'ਚ ਵਾਵੇ ਨੂੰ ਸਿਹਾਰੀ ਲੱਗੀ ਹੋਈ ਹੈ, ਰਹਿ ਰਾਸ ਦੇ ਵਿੱਚ ਬੱਬੇ ਨੂੰ ਬਿਹਾਰੀ ਲੱਗੀ ਹੈ, ਤੇ ਆਸਾ ਰਾਗ ਦੇ ਵਿੱਚ ਫੇਰ ਬੱਬੇ ਨੂੰ ਬਿਹਾਰੀ ਲੱਗੀ ਹੋਈ ਹੈ। ਇਸ ਤੋਂ ਅੱਗੇ ਚੱਲਦੇ ਹਾਂ। ਗਾਵਨ ਜਤੀ ਸਤੀ ਸੰਤੋਖੀ, ਗਾਵ ਹੈ ਵੀਰ ਕਰਾਰੇ, ਜਪਜੀ ਸਾਹਿਬ। ਰਹਿ ਰਾਸ ਸਾਹਿਬ ਦੇ ਅੰਦਰ ਗਾਵਨ ਤੁਧਨੋਂ, ਇਹ ਤੁਧਨੋਂ ਸ਼ਬਦ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ, ਦੋ ਥਾਂ ਤੇ ਤੁਧਨੋਂ ਸ਼ਬਦ ਜਿਹੜਾ ਹੈ ਇਹ ਲੱਗਿਆ ਹੋਇਆ ਹੈ। ਤੇ ਆਸਾ ਰਾਗ ਦੇ ਅੰਦਰ ਗਾਵਨ ਹਲੰਤ ਲੱਗੀ ਹੈ। ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ, ਤੁਧਨੋਂ ਸ਼ਬਦ ਇੱਥੇ ਲੱਗਿਆ ਹੋਇਆ। ਜਦੋਂ ਕਿ ਜਪਜੀ ਸਾਹਿਬ ਜੀ ਗਾਵ ਹੈ ਸ਼ਬਦ ਸੀ, ਇੱਥੇ ਗਾਵਨ। ਤੇ ਇਧਰੋਂ ਇੰਨੇ ਕੁ ਭੇਦ ਦੇ ਨਾਲ ਵੀਰ ਕਰਾਰੇ, ਇਹ ਸ਼ਬਦ ਵੀਰ ਕਰਾਰੇ ਤਾਂ ਉਕਣੇ ਹੈ, ਪਰ ਗਾਵਨ ਤੇ ਗਾਵ ਹੈ ਇਹ ਭੇਦ ਹੈ। ਇਸ ਤੋਂ ਗਿਆ ਗਾਵਨ ਪੰਡਤ ਪੜ੍ਹ ਰਖੀਸਰ, ਜੁਗ ਜੁਗ ਵੇਦਾਂ ਨਾਲ, ਇਹ ਹੈ ਜਪਜੀ ਸਾਹਿਬ। ਗਾਵਨ ਤੁਧਨੋਂ ਪੰਡਤ ਪੜ੍ਹ ਰਖੀਸਰ, ਰਖੀਸਰ ਸੱਸੇ ਦੇ ਔਂਕੜ ਲੱਗ ਗਿਆ, ਕਿਦਾ ਇਹ ਭੇਦ ਹੋ ਗਿਆ। ਇੱਕ ਤੁਧਨੋਂ ਸ਼ਬਦ ਆ ਗਿਆ ਰਹਿ ਰਾਸ ਸਾਹਿਬ ਦੇ, ਜੁਗ ਜੁਗ ਵੇਦਾਂ ਨਾਲ। ਆਸਾ ਰਾਗ ਦੇ ਅੰਦਰ ਗਾਵਨ ਤੁਧਨੋਂ ਪੰਡਤ ਪੜ੍ਹੇ, ਇੱਥੇ ਪੜ੍ਹੇ ਸ਼ਬਦ ਹੈ। ਰਖੀਸਰ ਸ਼ਬਦ ਉਹੀ ਹੈ, ਜੁਗ ਜੁਗ ਵੇਦਾਂ ਨਾਲੇ। ਰਹਿ ਰਾਸ ਸਾਹਿਬ ਦੇ ਵਿੱਚ ਵਾਵੇ ਨਾਲ ਵੇਦਾਂ,
ਜਪਜੀ ਸਾਹਿਬ ਦੇ ਵਾਵੇ ਨਾਲ ਵੇਦਾਂ ਤੇ ਆਸਾ ਰਾਗ ਦੇ ਬੱਬੇ ਨਾਲ ਵੇਦਾਂ ਨਾਲੇ। ਇਸ ਤੋਂ ਅੱਗੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਭਿਆਲੇ, ਇਹ ਜਪਜੀ ਸਾਹਿਬ ਦੇ ਵਿੱਚ ਹੈ। ਰਹਿ ਰਾਸ ਸਾਹਿਬ ਦੇ ਵਿੱਚ ਮੋਹਨ ਸ਼ਬਦ ਜਿਹੜਾ ਗਾਵਨ ਤੁਧ ਨੌ ਨੰਨੇ ਨੂੰ ਜਿਹੜਾ ਇਹ ਹੋੜਾ ਲੱਗਿਆ ਹੋਇਆ ਹੈ। ਗਾਵੇ ਮੋਹਣੀਆਂ ਮਨ ਮੋਹਨ, ਇੱਥੇ ਅੱਖਰ ਜਪਜੀ ਸਾਹਿਬ 'ਚ ਇਹੀ ਨੇ, ਗਾਵੇ ਮੋਹਣੀਆਂ ਮਨ ਮੋਹਨ। ਉਥੇ ਗਾਵਨ ਤੁਧ ਨੂੰ ਸ਼ਬਦ ਲੱਗਿਆ, ਮੋਹਣੀਆਂ ਮਨ ਮੋਹਨ ਸੁਰਗ ਮਚ ਪਏ ਹਾਲੇ। ਇਸ ਕਰਕੇ ਇਹ ਤੁਧ ਨੂੰ ਸ਼ਬਦ ਸੁਰਗ ਮਚ, ਉਥੇ ਸੁਰਗਾ ਮਚ ਜਪਜੀ ਸਾਹਿਬ ਦੇ ਤੇ ਸੁਰਗ ਮਚ ਪਏ ਹਾਲੇ। ਤੇ ਜਦੋਂ ਕਿ ਆਸਾ ਰਾਗ ਦੇ ਅੰਦਰ ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ ਸੁਰਗ ਮਚ ਪਏ ਹਾਲੇ, ਇਹ ਅੱਖਰ ਆਸਾ ਰਾਗ ਦੇ ਰਹਿ ਰਾਸ ਸਾਹਿਬ ਦੇ ਮਿਲ ਗਏ। ਗਾਵਨ ਰਤਨੋਂ ਪਾਏ ਤੇਰੇ 68 ਤੀਰਥ ਨਾਲੇ, ਜਪਜੀ ਸਾਹਿਬ। ਗਾਵਨ ਤੁਧ ਨੂੰ ਰਤਨੋਂ ਪਾਏ ਤੇਰੇ 68 ਤੀਰਥ ਨਾਲੇ, ਤੁਧ ਨੂੰ ਸ਼ਬਦ ਰਹਿ ਰਾਸ ਦੇ ਵਿੱਚ ਹੈ, ਜਪਜੀ ਸਾਹਿਬ ਵਿੱਚ ਨਹੀਂ ਹੈ। ਆਸਾ ਰਾਗ ਦੇ ਅੰਦਰ ਗਾਵਨ ਦੇ ਹੇਠਾਂ ਹਲੰਤ ਹੈ, ਤੁਧ ਨੂੰ ਰਤਨ ਪਾਏ ਤੇਰੇ, ਇੱਥੇ ਨਾਲ ਜੇਤੇ ਸ਼ਬਦ ਲੱਗਿਆ ਹੈ, ਰਹਿ ਰਾਸ ਦੇ ਵਿੱਚ ਤੇ ਜਪਜੀ ਸਾਹਿਬ ਵਿੱਚ ਨਹੀਂ ਹੈ। 68 ਤੀਰਥ ਨਾਲੇ। ਇਸ ਤੋਂ ਅੱਗੇ ਚੱਲਦੇ ਹਾਂ। ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ, ਤੇ ਹੁਣ ਰਹਿ ਰਾਸ ਤੇ ਆਓ। ਗਾਵਨ ਤੁਧ ਨੂੰ ਜੋਧ ਮਹਾਬਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ, ਤੁਧ ਨੂੰ ਸ਼ਬਦ ਲੱਗਿਆ ਹੋਇਆ। ਆਸਾ ਰਾਗ ਦੇ ਗਾਵਨ ਹਲੰਤ ਲੱਗੀ ਹੋਇਆ, ਤੁਧ ਨੂੰ ਜੋਧ ਮਹਾਬਲ ਸੂਰਾ ਗਾਵਨ ਤੇ ਫੇਰ ਹਲੰਤ ਲੱਗਿਆ, ਤੁਧ ਨੂੰ ਖਾਣੀ ਚਾਰੇ। ਇਸ ਤੋਂ ਅੱਗੇ ਚੱਲਦੇ ਹਾਂ। ਗਾਵੇ ਖੰਡ ਮੰਡਲ ਬਰਭੰਡਾ, ਜਪਜੀ ਸਾਹਿਬ ਦੇ ਅੰਦਰ ਇਹ ਸ਼ਬਦ ਆਇਆ, ਗਾਵ ਹੈ ਖੰਡ ਮੰਡਲ ਬਰਭੰਡਾ। ਹੁਣ ਰਹਿ ਰਸ ਦੇ ਵਿੱਚ ਆਓ। ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਹਾਹੇ ਨਾਲ, ਕਰ ਕਰ ਰੱਖੇ ਤੇਰੇ ਧਾਰੇ, ਤੇਰੇ ਸ਼ਬਦ ਨਾਲ ਲੱਗਿਆ। ਤੋ ਇਸ ਕਰਕੇ ਆਸਾ ਰਾਗ ਦੇ ਅੰਦਰ ਗਾਵਨ ਨੰਨੇ ਦੇ ਹੇਠਾਂ ਹਲੰਤ ਲੱਗੀ ਹੈ। ਆਸਾ ਰਾਗ ਦੀ ਇਹ ਭੇਦ ਹੈ। ਤੁਧ ਨੂੰ ਖੰਡ ਮੰਡਲ ਬ੍ਰਹਮੰਡਾ, ਬ੍ਰਹਮੰਡਾ ਸ਼ਬਦ ਜਿਹੜਾ ਹੈ ਉਹ ਰਹਿ ਰਾਸ ਦੇ ਨਾਲ ਮਿਲ ਗਿਆ। ਕਰ ਕਰ ਰੱਖੇ ਤੇਰੇ ਧਾਰੇ, ਇਹ ਪਦ ਇੱਧਰ ਮਿਲ ਗਏ। ਰਹਿ ਰਾਸ ਦੇ ਨਾਲ ਕਈ ਜਪਜੀ ਸਾਹਿਬ ਦੇ ਨਾਲ ਪਦ ਮਿਲਦੇ ਨੇ, ਰਹਿ ਰਾਸ ਵਾਲੇ ਸੋਦਰ ਦੇ, ਕਈ ਆਸਾ ਰਾਗ ਵਾਲੀ ਦੇ ਨਾਲ ਮਿਲਦੇ ਨੇ। ਇਸ ਤੋਂ ਅੱਗੇ ਸਈ ਤੁਧ ਨੌ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਇਹ ਜਪਜੀ ਸਾਹਿਬ ਵਿੱਚ ਹੈ। ਸਈ ਤੁਧ ਨੂੰ ਗਾਵਨ, ਉੱਥੇ ਗਾਵ ਹੈ, ਤੇ ਜਿਹੜਾ ਤੁਧ ਨੂੰ ਸ਼ਬਦ ਹੈ ਤੱਤੇ ਤੇ ਧੱਦੇ ਦੇ ਦੋਨਾਂ ਦੇ ਹੇਠਾਂ ਔਂਕੜ ਲੱਗੇ ਜਪਜੀ ਸਾਹਿਬ ਵਿੱਚ, ਜਦੋਂ ਕਿ ਰਹਿ ਰਾਸ ਦੇ ਵਿੱਚ ਤੱਤੇ ਨੂੰ ਤਾਂ ਔਂਕੜ ਹੈ, ਧੱਦੇ ਨੂੰ ਨਹੀਂ ਹੈ। ਤੇ ਗਾਵਹਿ ਦੇ ਥਾਂ ਤੇ ਗਾਵਨ, ਰਹਿ ਰਾਸ ਦੇ ਵਿੱਚ ਗਾਵਨ ਹੈ ਤੇ ਜਪਜੀ ਸਾਹਿਬ ਦੇ ਗਾਵੇ ਹੈ। ਤੇ ਉਧਰ ਆਸਾ ਰਾਗ ਦੇ ਅੰਦਰ ਸਹੀ ਤੁਧ ਨੂੰ ਗਾਵਨ ਨੰਨੇ ਦੇ ਹੇਠਾਂ ਹਲੰਤ ਹੈ, ਜੋ ਤੁਧ ਭਾਵਨ ਫਿਰ ਹਲੰਤ ਲੱਗੀ ਹੈ, ਰਤੇ ਤੇਰੇ ਭਗਤ ਰਸਾਲੇ, ਇਹ ਅੱਖਰ ਮਿਲਦੇ ਹੈ ਇੱਧਰ। ਹੋਰ ਕੀਤੇ ਗਾਵਨ ਸੇਮੈ ਚਿਤਨਾਵਨ ਨਾਨਕ ਕਿਆ ਵਿਚਾਰੇ, ਹੋਰ ਕੀਤੇ ਤੁਧ ਨੂੰ ਗਾਵਨ, ਰਹਿ ਰਾਸ ਦੇ ਅੰਦਰ ਇਹ ਸ਼ਬਦ ਹੈ। ਜਪਜੀ ਸਾਹਿਬ ਦੇ ਚ ਹੋਰ ਕੀਤੇ ਗਾਵਨ ਸੇਮੈ ਚਿਤਨਾਵਨ, ਰਹਿ ਰਾਸ ਦੇ ਚ ਹੋਰ ਕੀਤੇ ਤੁਧ ਨੂੰ ਗਾਵਨ ਸੇਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ। ਜਦੋਂ ਕਿ ਜਪਜੀ ਸਾਹਿਬ ਵਿੱਚ ਆਇਆ ਨਾਨਕ ਕਿਆ ਵਿਚਾਰੇ, ਵਾਵੇ ਨਾਲ ਆਇਆ, ਇੱਥੇ ਬੱਬੇ ਨਾਲ ਆਇਆ। ਆਸਾ ਰਾਗ ਦੇ ਅੰਦਰ ਹੋਰ ਕੀਤੇ ਤੁਧ ਨੂੰ ਗਾਵਨ ਸੇਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ, ਇਹ ਰਹਿ ਰਾਸ ਦੇ ਨਾਲ ਬੱਬੇ ਦੀ ਵਿਹਾਰੀ ਜਿਹੜੀ ਹੈ ਉਹ ਪਦ ਇੱਧਰ ਵਿਚਾਰੇ, ਜਿਹੜਾ ਇੱਧਰ ਵਿਚਾਰੇ ਸੀ ਜਪਜੀ ਸਾਹਿਬ ਵਿੱਚ, ਇੱਧਰ ਬੱਬੇ ਨਾਲ ਦੋਨਾਂ ਥਾਵਾਂ ਤੇ ਆ ਗਏ। ਇਸ ਤੋਂ ਅੱਗੇ ਚੱਲਦੇ ਹਾਂ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੁਣ ਰਹਿ ਰਾਸ ਸਾਹਿਬ ਦੇ ਵਿੱਚ ਅੱਖਰ ਇਹ ਮਿਲਦੇ ਨੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਤੇ ਇਹ ਅੱਖਰ ਆਸਾ ਰਾਗ ਦੇ ਸੋਦਰ ਦੇ ਵਿੱਚ ਵੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਮਿਲ ਗਏ ਨੇ। ਇਸ ਤੋਂ ਕਿ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰਹਿ ਰਾਸ ਸਾਹਿਬ ਦੇ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਅੱਖਰ ਮਿਲ ਗਏ। ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਇਹ ਆਸਾ ਰਾਗ ਦੇ ਵਿੱਚ ਵੀ ਉਹੀ ਅੱਖਰ। ਰੰਗੀ ਰੰਗੀ ਭਾਤੀ ਕਰਕੇ ਜਿਨਸੀ ਮਾਇਆ ਜਿਨੋਂ ਪਾਈ,
ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨੋਂ ਪਾਈ। ਰਹਿ ਰਾਸ ਦੇ ਵਿੱਚ ਇਹ ਸੇਮ ਬਰਾਬਰ ਹੈ। ਰੰਗੀ ਰੰਗੀ ਭਾਤੀ, ਇੱਥੇ ਫਰਕ ਹੈ ਹੁਣ ਆਸਾ ਰਾਗ ਦੇ ਵਿੱਚ। ਕੀ? ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨੋਂ ਪਾਈ, ਏਕਣ ਪਦ ਹੈ। ਜਦੋਂ ਕੋਈ ਜਪਜੀ ਸਾਹਿਬ 'ਚ ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨੋਂ ਪਾਈ, ਰਹਿ ਰਾਸ ਦੇ ਵਿੱਚ ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਨੋਂ ਪਾਈ। ਆਸਾ ਰਾਗ ਦੇ ਵਿੱਚ ਇਹ ਫਿਰ ਮਹਾਰਾਜ ਨੇ ਭੇਦ ਰੱਖਿਆ, ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨੋਂ ਪਾਈ, ਇਹ ਹੈ ਪਦ। ਇਸ ਤੋਂ ਕਿ ਕਰ ਕਰ ਵੇਖੈ ਕੀਤਾ ਆਪਣਾ, ਜਪਜੀ ਸਾਹਿਬ। ਰਹਿ ਰਾਸ ਸਾਹਿਬ ਦੇ ਕਰ ਕਰ ਦੇਖੈ, ਉੱਥੇ ਵੇਖੈ ਤੇ ਦੇਖੈ। ਕੀਤਾ ਆਪਣਾ, ਆੜੇ ਨੂੰ ਕਰਨਾ ਲੱਗਿਆ। ਕਰ ਕਰ ਵੇਖਿਆ ਕੀਤਾ ਆਪਣਾ, ਇੱਥੇ ਦੋਨਾਂ ਥਾਂ ਤੇ ਆੜੇ ਨੂੰ ਕਰ ਲਿਆ। ਜਦੋਂ ਆਸਾ ਰਾਗ ਜਿੱਥੇ ਹੁਣ ਪੋਥੀਆਂ ਤੁਹਾਡੇ ਕੋਲ ਪ੍ਰਕਾਸ਼ ਕਰ ਕਰ ਦੇਖਿਆ ਕੀਤਾ ਆਪਣਾ, ਆੜੇ ਨੂੰ ਕਰਨਾ ਨਹੀਂ ਹੈ। ਇਸ ਤੋਂ ਅੱਗੇ ਚਲੇ ਜੀਵ ਤਿਸ ਦੀ ਵਡਿਆਈ। ਹੁਣ ਰਹਿ ਰਾਸ ਦੇ ਵਿੱਚ ਆਉਂਦਾ ਜਿਉਂ, ਊੜੇ ਨਾਲ ਜਿਉਂ ਤਿਸ ਦੀ ਵਡਿਆਈ। ਆਸਾ ਰਾਗ ਦੇ ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਰਹਿ ਰਾਸ ਸਾਹਿਬ ਦੇ ਵਿੱਚ ਆਏਗਾ ਪਦ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜੀ, ਫਿਰ ਸ਼ਬਦ ਲੱਗਿਆ ਹੋਇਆ। ਆਸਾ ਰਾਗ ਦੇ ਵਿੱਚ ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਇਸ ਤੋਂ ਅੱਗੇ ਜਿਹੜਾ ਇੱਕ ਭੇਦ ਹੋਰ ਹੈ, ਉਹ ਹੈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ। ਜਪਜੀ ਸਾਹਿਬ ਦੇ ਵਿੱਚ ਇਹ ਹੈ, ਨਾਨਕ ਰਹਿਣ ਰਜਾਈ। ਰਹਿ ਰਾਸ ਸਾਹਿਬ ਦੇ ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਪੱਪੇ ਨੂੰ ਕਰਨਾ ਨਹੀਂ ਹੈ, ਉੱਥੇ ਲੱਗਿਆ ਹੋਇਆ ਨਾਨਕ ਰਹਿਣ ਰਜਾਈ, ਬਾਕੀ ਠੀਕ ਨੇ। ਆਸਾ ਰਾਗ ਦੇ ਅੰਦਰ ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਇਹ ਰਹਿ ਰਾਸ ਵਾਲੇ ਦੇ ਨਾਲ ਮਿਲ ਗਿਆ ਨਾਨਕ ਰਹਿਣ ਰਜਾਈ। ਇਹ ਜਿਹੜੇ ਕੁਝ ਭੇਦ ਹੈ, ਇਹ ਉਚਾਰਨ ਦੇ ਵਿੱਚ ਫਿਰ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਜੇ ਕਹੀਏ ਵੀ ਸੋਦਰ ਹੀ ਪੜ੍ਹਨਾ ਜੀ, ਜਿਵੇਂ ਰਹਿ ਰਾਸ 'ਚ ਆ ਗਿਆ ਉਸੇ ਤਰ੍ਹਾਂ ਪੜ੍ਹ ਦਿੱਤਾ, ਆਸਾ ਰਾਗ ਦੇ ਵਿੱਚ ਆ ਗਿਆ ਉਸੇ ਤਰ੍ਹਾਂ ਪੜ੍ਹ ਦਿੱਤਾ, ਫਿਰ ਕੌਣ ਕਹੇਗਾ ਵੀ ਤੁਸੀਂ ਸੰਥਿਆ ਕੀਤੀ ਹੋਈ ਹੈ? ਸੰਥਿਆ ਦਾ ਭੇਦ ਹੈ ਇਹਨਾਂ ਨੂੰ ਪਕਾਉਣਾ ਹੈ ਅੱਖਰਾਂ ਨੂੰ। ਸੋ ਇਸ ਕਰਕੇ ਇਹ ਤਾਂ ਸੀ ਸੋਦਰ ਦੇ ਭੇਦ। ਹੁਣ ਜਿਹੜਾ ਇਹ ਰਾਗ ਸ਼ੁਰੂ ਹੋਇਆ, ਇਹ ਸੋਦਰ ਦੇ ਸ਼ਬਦ ਦੇ ਭੇਦ ਸੀ ਵੀ ਕੈ ਥਾਂ ਤੇ ਕੀ ਕੀ ਅੱਖਰਾਂ ਦਾ ਭੇਦ ਹੈ। ਹੁਣ ਆ ਗਿਆ ਇਹ ਰਾਗ। ਇਹ ਭਾਵੇਂ ਬਹੁਤਾ ਸੰਬੰਧ ਤਾਂ ਰਾਗੀ ਸਿੰਘਾਂ ਦੇ ਨਾਲ ਇਹਦਾ, ਪਰ ਤੁਹਾਡੇ ਵਿੱਚੋਂ ਕਿਹੜੇ ਕਿਹੜੇ ਨੇ ਰਾਗੀ ਬਣਨਾ, ਇਹ ਕੀ ਪਤਾ ਕਿਹਦੇ ਤੇ ਕਿਰਪਾ ਮਹਾਰਾਜ ਦੀ ਹੋਣੀ ਹੈ। ਤੁਹਾਡੇ ਵਿੱਚੋਂ ਜਿਹੜੇ ਤਖਤਾਂ ਤੇ ਜਾ ਕੇ ਕਥਾਵਾਚਕ ਸਵਾਇਮਾਨ ਹੋਏ, ਤਖਤ ਦਾ ਸਵਾਇਮਾਨ ਚਲੋ ਗੁਰੂ ਸਾਹਿਬ ਆਪ ਹੈ, ਤਖਤਾਂ ਦੇ ਕਥਾਵਾਚਕ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਾਣ ਮਿਲਿਆ। ਗੁਰੂ ਕਿਰਪਾ ਕਰੇ। ਇਹਦੇ ਵਿੱਚ ਰਾਗ ਆਸਾ ਦੇ ਬਾਰੇ ਥੋੜਾ ਜਿਹਾ ਬਾਰ-ਬਾਰ ਫਿਕਰਨ ਦੀ, ਸਾਰਾ ਰਾਗ ਚੱਲਦਾ ਰਹੇਗਾ। ਤੇ ਇਹ ਸ਼ੁਰੂ ਦੇ ਵਿੱਚ ਹੈ ਆਸਾ ਰਾਗ ਜਿਹੜਾ ਹੈ, ਇਹ ਸੰਪੂਰਨ ਜਾਤੀ ਦੀ ਇੱਕ ਦੇਸੀ ਰਾਗਣੀ ਹੈ। ਅਸਲ ਦੇ ਵਿੱਚ ਇਹ ਅੰਮ੍ਰਿਤ ਵੇਲੇ ਅਲਾਪੀ ਜਾਂਦੀ ਹੈ। ਗੁਰਮਤਿ ਅਨੁਸਾਰ ਸੋਦਰ ਦੀ ਚੌਂਕੀ ਵੇਲੇ ਸੰਝ ਦੇ ਸਮੇਂ ਵੀ ਆਸਾ ਗਾਉਣ ਦਾ ਵਿਧਾਨ ਹੈ ਸਿੱਖ ਜਗਤ ਵਿੱਚ। ਜੇ ਕੋਈ ਰਾਗੀ ਕਹੇ ਜੀ ਤਾਂ ਅੰਮ੍ਰਿਤ ਵੇਲੇ ਦਾ ਰਾਗ ਸੀ, ਪਰ ਇੱਥੇ ਵਿਧਾਨ ਹੈ ਗੁਰਮਤਿ ਦੇ ਵਿੱਚ। ਇਸ ਰਾਗਣੀ 'ਚ ਸਾਰੇ ਸੁੱਧ ਸੁਰਨ, ਇਹ ਰਾਗਣੀ ਦੇ ਸਾਰੇ ਸੁੱਧ ਸੁਰ ਲੱਗਦੇ ਆ। ਬਾਦੀ ਰਿਸ਼ਭ, ਸੰਬਾਦੀ ਮੱਧਮ ਅਤੇ ਗ੍ਰਹਸੁਰ ਛੜਦ। ਆਸਾ ਦੀ ਜਿਹੜੀ ਸਰਗਮ ਹੈ ਉਹ ਇਸ ਪ੍ਰਕਾਰ ਹੈ, ਸਾਰੇ ਮਾਂ ਪਾ ਧਾ ਨਾ ਸਾ, ਇਸ ਤਰ੍ਹਾਂ ਦੇ ਇਹ ਕਰਨ। ਸਾਰੇ ਮਾਂ ਪਾ ਧਾ ਨਾ ਸਾ। ਅਵਰੋਹੀ ਦੇ ਵਿੱਚ ਕੀ ਹੈ, ਰਾ ਸਾ ਨਾ ਧਾ ਪਾ ਮਾ ਗਾ ਰਾ ਸਾ, ਇਸ ਤਰ੍ਹਾਂ ਦੀ ਇਹਦੀ ਸਰਗਮ ਹੈ। ਕਈ ਗ੍ਰੰਥਾਂ ਨੇ ਧੈਵਤ ਨੂੰ ਬਾਦੀ ਸੁਰ ਮੰਨਿਆ, ਪਰ ਇਹੋ ਜੀ ਦਿਸ਼ਾ ਵਿੱਚ ਗੰਧਾਰ ਸੰਵਾਦੀ ਹੋ ਜਾਂਦਾ। ਫਿਰ ਇਸ ਦੀ ਆਰੋਹੀ ਤਾਨ ਵਿੱਚ ਗੰਧਾਰ ਨਹੀਂ ਲਾਉਣਾ ਚਾਹੀਦਾ, ਅਵਰੋਹੀ ਵਿੱਚ ਵਰਤਣਾ ਯੋਗ ਹੈ। ਦੇਸ਼ ਭੇਦ ਕਰਕੇ ਕਈ ਗਵਈਏ ਆਸਾ ਨੂੰ ਰਿਸ਼ਭ ਅਤੇ ਧੈਵਤ ਕੋਮਲ ਵੀ ਲਾਉਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਦੀ ਤਰਤੀਬ ਜਿਹੜੀ ਉਹਦੇ ਅਨੁਸਾਰ ਆਸਾ ਰਾਗ ਦਾ ਇਹ ਅਸਥਾਨ ਮਹਾਰਾਜ ਸਾਹਿਬ ਜੀ ਨੇ ਚੌਥਾ ਰੱਖਿਆ ਹੈ, ਪਰ ਨਾਲ ਇਹ ਵੀ ਭੇਦ ਰੱਖਿਆ ਰਾਗਮਾਲ 'ਚ ਵੀ ਇਹ ਮੇਘ ਰਾਗ ਦੀ ਚੌਥੀ ਰਾਗਣੀ ਹੈ। ਸੋਠ ਗੋਂਡ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ, ਉੱਚੇ ਸੁਰ ਸਿਉ ਹੋਪਨ ਕੀਨੀ ਮੇਘ ਰਾਗ ਸਿਉ ਪੰਚੋਚੇ ਨੀ। ਮੇਘ ਰਾਗ ਦੀ ਰਾਗਣੀ ਜਾਣੋ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਆਸਾ
ਕਰਕੇ ਜਿਹੜਾ ਰਾਗ ਆਸਾ ਕਰਕੇ ਲਿਖਿਆ, ਜਿਵੇਂ ਕਿ ਹੋਰ ਰਾਗਣੀਆਂ ਨੂੰ ਵੀ ਤਾਂ ਰਾਗ ਕਰਕੇ ਲਿਖਿਆ, ਕਿਉਂਕਿ ਰਾਗੇ ਦੀਆਂ ਕਿਸਮਾਂ ਜਿੰਨੀਆਂ ਵੀ ਮਰਜ਼ੀ ਹੋਣ ਰਾਗੇ ਹੁੰਦੀਆਂ ਨੇ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ। ਭਗਤ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚ ਆਏਗੀ, ਨਾਮਦੇਵ ਜੀ ਦੀ ਆਏਗੀ, ਰਵਿਦਾਸ ਜੀ ਦੀ ਆਏਗੀ, ਧੰਨਾ ਜੀ ਦੀ ਆਏਗੀ, ਸ਼ੇਖ ਫਰੀਦ ਜੀ ਦੀ ਆਏਗੀ। ਪੰਜਾਬੀ ਲੋਕ ਸੰਗੀਤ ਦੇ ਵਿਕਸਿਤ ਵਿੱਚ ਰਾਗ ਨੂੰ ਟੁੰਡੇ ਅਸਰਾਜੇ ਦੀ ਬਾਰ ਦੀ ਧੁਨੀ ਉੱਤੇ ਆਧਾਰਿਤ ਮੰਨਿਆ ਜਾਂਦਾ ਹੈ। ਇੱਕ ਰਾਗ ਵਿਦਿਆ ਦੇ ਜਾਣਕਾਰ ਸਿਆਣੇ ਈਸਾਈ ਮਤ ਦੇ ਜਿਹੜੇ ਰਾਗ ਦੇ ਜਾਣੂ, ਰਾਗ ਦੇ ਬੇਤੇ, ਉਹਨਾਂ ਦਾ ਵਿਚਾਰ ਹੈ ਕਿ ਆਸਾ ਰਾਗ ਪੁਰਾਤਨ ਗ੍ਰੰਥਾਂ ਵਿੱਚ ਨਹੀਂ ਮਿਲਦਾ। ਇਹ ਉਸ ਵਿਦਵਾਨ ਦੀ ਰਾਏ ਹੈ ਔਰ ਬੜੀ ਕਮਾਲ ਦੀ ਗੱਲ ਉਹ ਕਹਿੰਦਾ ਹੈ। ਉਹਨਾਂ ਦਾ ਅਨੁਮਾਨ ਹੈ ਕਿ ਇਹ ਰਾਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਬਣਾਇਆ ਹੈ। ਇਸੇ ਕਰਕੇ ਇਸ ਰਾਗ 'ਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਜ਼ਿਆਦਾ ਅੰਕਿਤ ਹੈ। ਇਸ ਤੋਂ ਇਹ ਲੱਗਦਾ ਹੈ ਇਹ ਰਾਗ ਨਾਲ ਗੁਰੂ ਜੀ ਦਾ ਬਹੁਤ ਸਨੇਹ ਸੀ। ਅੰਮ੍ਰਿਤ ਵੇਲੇ ਸੂਰਜ ਉਹਦੇ ਹੋਣ ਤੋਂ ਪਹਿਲਾਂ 6 ਘੜੀਆਂ ਜਾਂ 4 ਘੜੀਆਂ ਐਸਾ ਵੀ ਲਿਖਿਆ ਮਿਲਦਾ ਹੈ। ਤੇ ਅੰਮ੍ਰਿਤ ਵੇਲਾ ਇਹ ਰਾਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੋਇਆ ਸਿੱਧ ਹੁੰਦਾ ਹੈ, ਕਿਉਂਕਿ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਇਤਿਹਾਸਕ ਗ੍ਰੰਥਾਂ ਵਿੱਚ ਇਸ ਦਾ ਪਦ ਨਹੀਂ ਮਿਲਦਾ ਹੈ। ਇਹ ਸੀ ਕੁਝ ਰਾਗ ਦੇ ਭੇਦ ਤੇ ਸੋਦਰਾਂ ਦੇ ਭੇਦ ਤੇ ਰਾਗ ਸੰਬੰਧੀ ਵਿਚਾਰਾਂ। ਇੱਥੇ ਤੱਕ ਭਾਵੇਂ ਆਪਾਂ ਨੂੰ ਭਗਤੀ ਵਾਲਾ ਰਸ ਜਿਹੜਾ ਅਰਥਾਂ ਚ ਆਉਣਾ ਉਹ ਤਾਂ ਨਹੀਂ, ਪਰ ਜਾਣਕਾਰੀ ਵਾਲਾ ਪੱਖ ਹੈ। ਇਸ ਤੋਂ ਅੱਗੇ ਆਓ ਹੁਣ ਅਰਥ ਦੀ ਜਿਹੜੀ ਵਿਚਾਰ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਤੇ ਆਪ ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਤੇ ਇੱਕ ਅਦੁੱਤੀ, ਯਾਨੀ ਜਿਹਦੇ ਵਰਗਾ ਕੋਈ ਦੂਸਰਾ ਨਹੀਂ ਹੈ, ਜਿਹਦੇ ਵਿੱਚ ਸਜਾਤੀ ਵਿਜਾਤੀ ਸੁਗਤ ਭੇਦ ਨਹੀਂ ਹੈ। ਇਹ 3 ਭੇਦ ਮੰਨੇ ਹੈ। ਸਜਾਤੀ ਹੁੰਦਾ ਹੈ ਸੋਏ ਜਾਤੀ, ਜਿਵੇਂ ਮਨੁੱਖ ਦੀ ਜਾਤੀ ਦੇ ਅਨੇਕਾਂ ਮਨੁੱਖ ਹਨ, ਇਹ ਸਾਡੇ ਵਿੱਚ ਸਜਾਤੀ ਭੇਦ ਹੈ। ਤੇ ਵਿਜਾਤੀ ਹੁੰਦਾ ਹੈ ਮਨੁੱਖ ਦੀ ਜਾਤ ਦੇ ਬਰਾਬਰ ਪਸ਼ੂ, ਇਹ ਵਿਜਾਤੀ ਭੇਦ ਹੈ। ਸੁਗਤ ਭੇਦ ਹੁੰਦਾ ਹੈ ਸੋਏਗਤ, ਆਪਣੇ ਆਪ ਦੇ ਵਿੱਚ ਭੇਦ ਜਿਹੜਾ, ਜਿਵੇਂ ਸਾਡੇ ਪੈਰ ਹੋਰ ਤਰ੍ਹਾਂ ਦੇ ਨੇ, ਹੱਥ ਹੋਰ ਤਰ੍ਹਾਂ ਦੇ ਨੇ। ਪੈਰਾਂ ਦੀਆਂ ਉਂਗਲੀਆਂ ਹੱਥਾਂ ਦੀਆਂ ਉਂਗਲੀਆਂ ਨਾਲ ਨਹੀਂ ਮਿਲਦੀਆਂ, ਹੱਥਾਂ ਦੀਆਂ ਉਂਗਲੀਆਂ ਪੈਰਾਂ ਦੀਆਂ ਉਂਗਲੀਆਂ ਨਾਲ ਨਹੀਂ ਮਿਲਦੀਆਂ। ਹੈ ਸਾਡਾ ਸਰੀਰ, ਇੱਕੋ ਬਿਰਸ਼ ਦੀਆਂ ਟਾਹਣੀਆਂ ਇੱਕ ਦੂਜੇ ਦੇ ਨਾਲ ਨਹੀਂ ਮਿਲਦੀਆਂ। ਇਹ ਸੁਗਤ ਭੇਦ ਹੈ। ਪਰਮਾਤਮਾ ਅਦੁੱਤੀ ਤਾਂ ਕਿਹਾ, ਇੱਕ ਤਾਂ ਕਿਹਾ, ਉਹਦੇ ਰੱਬ ਦੀ ਜਾਤ ਵਰਗਾ ਹੋਰ ਕੀ ਰੱਬ ਹੈ ਨਹੀਂ। ਜਿਵੇਂ ਮਨੁੱਖ ਵਰਗਾ ਮਨੁੱਖ ਹੈਗਾ, ਪਰ ਰੱਬ ਵਰਗਾ ਰੱਬ ਨਹੀਂ ਹੈ। ਸਿੱਧਾ ਨੇ ਪੁੱਛਿਆ, ਬੜਾ ਟੇਢਾ ਜਿਹਾ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਤੇ। ਕਹਿੰਦੇ ਜੀ ਕੋਈ ਇਹੋ ਜਿਹਾ ਕੰਮ ਵੀ ਹੈ ਵੀ ਜਿਹੜਾ ਰੱਬ ਨਹੀਂ ਕਰ ਸਕਿਆ? ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ, ਕਹਿੰਦੇ ਹਾਂ ਇੱਕ ਕੰਮ ਹੈ। ਕਹਿੰਦੇ ਕੀ? ਕਹਿੰਦੇ ਰੱਬ ਨੇ ਆਪਣੇ ਵਰਗਾ ਦੂਸਰਾ ਰੱਬ ਨਹੀਂ ਹੋਰ ਕੋਈ ਬਣਾਇਆ, ਆਪਣੇ ਵਰਗਾ ਆਪ ਹੀ ਹੈ। ਉੱਤਰ ਗੁਰੂ ਨਾਨਕ ਸਾਹਿਬ। ਇਸ ਕਰਕੇ ਉਹਨੂੰ ਕਹਿੰਦੇ ਅਦੁੱਤੀ, ਖੰਡਿਓ ਜੋ ਨਾ ਜਾਏ ਸੋ ਅਖੰਡ ਜੁਗੋ ਖਿਆਲ ਕੀਜੈ। ਉਹ ਅਦੁੱਤੀ ਹੈ। ਓੰਕਾਰ ਸਰਬ ਕਾ ਪ੍ਰਕਾਸ਼ਕ ਹੈ। ਇਹ ਜਿਹੜੇ ਖੱਟ ਜੋਤੀਆਂ ਨੇ, ਬੁੱਧੀ, ਬਿਜਲੀ, ਚੰਦ, ਸੂਰਜ, ਤਾਰੇ, ਇਹ ਪਰਤੇ ਪ੍ਰਕਾਸ਼ ਹੈ ਨਾ। ਗੁਰੂ ਸਾਹਿਬ ਦਾ ਸਹਿਬ ਅੰਗ ਸੁਤੇ ਪ੍ਰਕਾਸ਼ ਹੈ ਉਹਦਾ। ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਪਰ ਉਹਨੂੰ ਕੋਈ ਪ੍ਰਕਾਸ਼ ਨਹੀਂ ਕਰ ਰਿਹਾ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਅਕਾਰ ਉਕਾਰ ਮੁਕਾਰ ਬਿਨ ਅਰਧ ਬਿੰਦ ਪਹਿਚਾਨ, ਚਾरों को समुदाय जो ओंकार पहचान। ओंकार ਜਿਹੜਾ ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦੀ ਰੱਖਿਆ ਕਰੇ, ਸੋ ਕਹੀਏ ਓੰਕਾਰ। ਸੋ ਇੱਕ ਇਸ ਕਰਕੇ ਇਹ ਓੰਕਾਰ ਦੇ ਅਰਥ ਹਨ। ਰੱਖਿਆ ਕਰਨ ਵਾਲਾ, ਗੁਰੂ ਕੇ ਸੰਕੇਤ ਅਨੁਸਾਰ ਜਿਸਨੇ ਜ਼ਮੀਨ ਆਕਾਸ਼ ਦਿਨ ਰਾਤ ਸਭ ਕੁਝ ਉਸਨੇ ਪੈਦਾ ਕੀਤਾ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ। ਐਸਾ ਵਾਹਿਗੁਰੂ ਹੈ। ਸਤਨਾਮ। सत त्रय काल अवाद रूप है, त्रय काल अवदत्यं सत्यत्यं, जिसका तीनों कालों में बाद ना हो वो सत्य है। आद सच जुगाद सच है, पी सच नानक होसी पी सच। नाम प्रसिद्ध है।
ਤੇ ਐਸਾ ਜੋ ਪਰਮੇਸ਼ਰ ਹੈ, ਸਤ ਸਰੂਪ ਹੈ, ਉਸ ਦਾ ਨਾਮ, ਤੇ ਉਸ ਦਾ ਸਰੂਪ ਵੀ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਕਰਤਾ ਪੁਰਖ, ਕਰਤਾ ਸਾਰੇ ਜਗਤ ਦਾ ਰਚੈਤਾ ਹੈ, ਸੰਸਾਰ ਨੂੰ ਕਰਨ ਵਾਲਾ ਹੈ। ਪੁਰਖ ਸਾਰਿਆਂ ਥਾਵਾਂ ਦੇ ਜੋ ਵਿਆਪਕ ਹੈ, ਸੰਸਕ੍ਰਿਤ ਦਾ ਪਦ ਹੈ ਇਹ, ਵਿਆਪਕ ਹੈ ਸਾਰੀ ਜਗ੍ਹਾ। ਐਸਾ ਪਰਮੇਸ਼ਰ ਹੈ। ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਉਹਦਾ ਕਿਸੇ ਨਾਲ ਵੈਰ ਨਹੀਂ ਤੇ ਉਹਨੂੰ ਕਿਸੇ ਦਾ ਡਰ ਵੀ ਨਹੀਂ ਹੈ। ਐਸਾ ਵਾਹਿਗੁਰੂ ਹੈ। ਅਕਾਲ ਮੂਰਤ, ਤੇ ਉਹ ਕਾਲ ਤੋਂ ਰਹਿਤ, ਉਹਦਾ ਮੂਰਤ ਨਾਮ ਸਰੂਪ ਦਾ ਹੈ, ਉਹਦਾ ਸਰੂਪ ਕਾਲ ਤੋਂ ਰਹਿਤ ਹੈ ਜੀ। ਉਹਦੇ ਤੇ ਅਕਾਲ ਪੁਰਖ ਉਹ ਤਾਂ ਹੀ ਹੈ ਤੇ ਉਹਦੇ ਸਿਰ ਤੇ ਕਾਲ ਨਹੀਂ ਹੈ। ਇਸ ਕਰਕੇ ਐਸਾ ਵਾਹਿਗੁਰੂ ਹੈ। ਅਜੂਨੀ ਸਹਿ ਭੰਗ, ਅਜੂਨੀ ਅਜਨਮੈ, ਉਹ ਜਨਮਿਆ ਨਹੀਂ। ਨਾ ਤਿਸ ਬਾਪ ਨਾ ਮਾਏ ਜਿਨ ਤੂੰ ਜਾਇਆ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਸਹਿ ਭੰਗ ਸੁਤੇ ਪ੍ਰਕਾਸ਼ ਹੈ। ਐਸਾ ਵਾਹਿਗੁਰੂ ਪਰਮੇਸ਼ਰ ਜੋ ਹੈ। ਗੁਰ ਪ੍ਰਸਾਦ, ਅਖੇ ਜੀ ਐਸੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਨਾਲ। ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਾਰਿਆਂ ਤੇ ਪ੍ਰਸਾਦ ਕਿਰਪਾ ਕਰਨ ਵਾਲਾ। ਐਸਾ ਵਾਹਿਗੁਰੂ ਹੈ। ਗੁਰ ਪੂਜਨੀਕ ਹੈ, ਸਾਰਿਆਂ ਤੇ ਕਿਰਪਾ ਕਰਨ ਵਾਲਾ। ਇਹ ਵੀ ਅਰਥ ਦਾ ਬਣਦਾ ਹੈ। ਸਤਿਗੁਰਾਂ ਦੁਆਰਾ ਪ੍ਰਾਪਤੀ ਹੁੰਦੀ ਹੈ ਜੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਇਹਨਾਂ ਤਿੰਨੇ ਸੋਦਰਾਂ ਦੇ ਜਿਹੜੇ ਕੁਝ ਥੋੜੇ ਹੋਰ ਭੇਦ ਹੈ, ਤੇ ਪਹਿਲਾਂ ਇਹਨਾਂ ਅੱਖਰਾਂ ਦੀ ਵਿਚਾਰ ਸੁਣੋ। ਹਾਂਜੀ, ਰਾਗ ਆਸਾ। ਰਾਗ ਆਸਾ ਮਹੱਲਾ ਪਹਿਲਾ, ਘਰ ਪਹਿਲਾ ਸੋਦਰ। ਰਾਗ ਆਸਾ ਹੈ। ਆਸਾ ਰਾਗ ਦੇ ਅੰਦਰ ਸ਼ਬਦ ਮਹੱਲਾ ਪਹਿਲੇ ਤੋਂ ਭਾਵ ਹੈ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਰਾਗ ਦੇ ਪਹਿਲੇ ਸੁਰਤਾਲ ਦੇ ਵਿੱਚ ਹੈ, ਇਹਦਾ ਨਾਮ ਹੈ ਸੋਦਰ। ਜਿੱਥੇ ਸੋਦਰ, ਤਿੰਨਾਂ ਸੋਦਰਾਂ ਦੇ ਭੇਦ ਕਿਉਂ ਰੱਖੇ, ਹੁਣ ਇੱਥੇ ਖੁੱਲੂਗੀ ਗੱਲ। ਉਹ ਕੀ ਹੈ? ਜਿਹੜਾ ਜਪਜੀ ਸਾਹਿਬ ਦੇ ਵਿੱਚ ਸੋਦਰ ਆਇਆ ਹੈ, ਉਹ ਸਿੱਧਾਂ ਦੇ ਨਾਲ ਗੋਸ਼ਟ ਕਰਦਿਆਂ ਹੋਇਆਂ ਉਤਰਾਂ ਪ੍ਰਸ਼ਨਾਂ ਦੇ ਵਿੱਚ ਉਚਾਰਨ ਕੀਤਾ ਮਹਾਰਾਜ ਨੇ। ਅਤੇ ਜਿਹੜਾ ਸੋਦਰ ਰਹਿ ਰਾਸ ਸਾਹਿਬ ਦੇ ਵਿੱਚ ਆਇਆ ਹੈ, ਇਹ ਸੱਚਖੰਡ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਪ੍ਰਭੂ ਦੀ ਸਿਫਤ ਕਰਦਿਆਂ ਹੋਇਆਂ। ਉਸੇ ਨੂੰ ਧਿਆਨ ਚ ਰੱਖ ਕੇ ਬਾਕੀ ਦੀ ਉਹ ਨਾਲ ਮਿਲਦੇ ਜਾਣਗੇ, ਉਹ ਇੱਕ ਗੱਲ ਵੱਖਰੀ ਹੈ। ਉਚਾਰਨ ਤਿੰਨ ਥਾਂ ਤੇ ਵੱਖਰਾ ਵੱਖਰਾ ਹੋਇਆ। ਜਿਹੜਾ ਸੋਦਰ ਇਸ ਵੇਲੇ ਹੁਣ ਆ ਰਿਹਾ ਹੈ, ਇਹ ਸੁਲਤਾਨਪੁਰ ਉਚਾਰਨ ਕੀਤਾ। ਜਪਜੀ ਸਾਹਿਬ ਵਾਲਾ ਸਮੇਰ ਪਰਬਤ ਦੇ ਉੱਤੇ ਸੋਦਰ ਉਚਾਰਨ ਕੀਤਾ। ਰਹਿ ਰਸ ਵਾਲਾ ਸੱਚਖੰਡ ਦੇ ਵਿੱਚ ਉਚਾਰਨ ਕੀਤਾ। ਤਿੰਨਾਂ ਦੇ ਤਿੰਨ ਟਿਕਾਣੇ ਵੱਖਰੇ ਵੱਖਰੇ ਹੈ। ਤਿੰਨਾਂ ਦੀਆਂ ਤਿੰਨੋਂ ਥਾਨਕਾਂ ਵੱਖਰੀਆਂ। ਨਿਰੰਕਾਰ ਨੇ ਪੁੱਛਿਆ ਸੀ, ਇਹ ਨਾਨਕ ਤੂੰ ਮੇਰੀ ਸਿਫਤ ਸਲਾਹ ਕਿਸ ਢੰਗ ਦੇ ਨਾਲ ਕਰਦਾ ਹੈ? ਮੇਰਾ ਦਰ ਕਰ ਕੈਸਾ ਨਿਸ਼ਚਿਤ ਕੀਤਾ? ਨਿਰੰਕਾਰ ਦੀ ਸਿਫਤ ਉੱਥੇ ਕੀਤੀ। ਸਿੱਧਾਂ ਨੇ ਪੁੱਛਿਆ ਉਹਦਾ ਦਰ ਕਰ ਕੈਸਾ ਹੈ? ਉਹ ਜਪਜੀ ਸਾਹਿਬ ਦੇ ਉਚਾਰਨ ਹੋਇਆ। ਹੁਣ ਸਵਾਲ ਵੀ ਇਹ ਤੀਸਰਾ ਸੋਦਰ ਇਹ ਕਿਵੇਂ ਉਚਾਰਨ ਹੋਇਆ? ਜਦੋਂ ਮਹਾਰਾਜ ਜੀ ਬੇਈ ਨਦੀ ਵਿੱਚ ਗੋਤਾ ਮਾਰ ਕੇ ਲੋਪ ਹੋਏ, ਖੇਡ ਵਰਤਾਈ, ਨਿਰੰਕਾਰ ਦੇ ਦਰ ਗਏ। ਤੀਸਰੇ ਦਿਨ ਆਏ, ਭੈਣ ਨਾਨਕੀ ਸਮਾਧੀ ਲਾ ਕੇ ਬੈਠੀ, ਭਾਈ ਪਗੀਰਥ ਬਸਤਰ ਲੈ ਕੇ ਖੜਾ ਰਿਹਾ। ਜੈ ਜੈਕਾਰਾਂ ਹੋ ਗਈਆਂ, ਮਾਰੇ ਪ੍ਰਗਟ ਹੋਏ। ਪਿੰਡਾਂ ਦੇ ਪਿੰਡ ਆਏ ਦਰਸ਼ਨ ਕਰਨ, ਕਿਉਂਕਿ ਰੌਲਾ ਪੈ ਚੁੱਕਾ ਸੀ ਵੀ ਇਹ ਖੇਡ ਵਰਤ ਗਈ ਹੈ। ਨਵਾਬ ਦੌਲ ਖਾਨ ਦਾ ਉਹਦਾ ਉਸ ਵੇਲੇ ਮੋਦੀ ਦੱਸਦੇ ਸੀ, ਕੀ ਪਤਾ ਸੀ ਵੀ ਨਿਰੰਕਾਰ ਹੈ। ਉਸ ਵੇਲੇ ਉਹਨੂੰ ਸੇਵ ਨੂੰ ਕਿਹਾ, ਭੈਣ ਜੀ ਨੂੰ ਕਹੋ ਪ੍ਰਸ਼ਾਦ ਬਣਾ ਕੇ ਲਿਆਓ। ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਬੇਈ ਨਦੀ ਦੇ ਕਿਨਾਰੇ ਤੇ, ਉੱਥੇ ਮਹਾਰਾਜ ਨੇ ਪਹਿਲੀ ਵਾਰ ਮੂਲ ਮੰਤਰ ਉਚਾਰਨ ਕੀਤਾ, ਜੋ ਸੱਚਖੰਡ ਤੋਂ ਦਾਤ ਪ੍ਰਾਪਤ ਹੋਈ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਸੱਚਖੰਡ ਦੇ ਵਿੱਚ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ, ਇਹ ਇੱਕ ਐਸਾ ਮੰਤਰ ਹੈ, ਮੂਲ ਮੰਤਰ, ਜਿਹੜਾ ਸੱਚਖੰਡ ਦੇ ਵਿੱਚ ਉਚਾਰਨ ਹੋਇਆ, ਪਰ ਦੋ ਰੂਪਾਂ 'ਚ। ਨਿਰਗੁਣ ਸਰੂਪ ਦੇ ਵਿੱਚ ਗੁਰੂ ਪ੍ਰਸਾਦ ਤੱਕ ਦੀ ਆਵਾਜ਼ ਹੈ, ਸਰਗੁਣ ਸਰੂਪ ਦੇ ਵਿੱਚ ਨਾਨਕ ਹੋਸੀ ਵੀ ਸੱਚ ਤੱਕ। ਦੋਨੇ ਰੂਪ, ਨਿਰਗੁਣ ਆਪ, ਸਰਗੁਣ ਵੀ ਉਹੀ। ਇਹ ਭੇਦ ਜਾਣਨਾ ਕਿ ਸੰਪੂਰਨ ਮੂਲ ਮੰਤਰ ਸੱਚਖੰਡ 'ਚ ਉਚਾਰਨ ਹੋਇਆ ਤੇ ਨਾਲ ਬਚਨ ਹੋਇਆ।
ਇਹ ਮੰਤਰ ਦਾ ਜਾਪ ਜਿਹੜਾ ਕਰੇਗਾ, ਜਿੱਥੇ ਇਹਦਾ ਜਾਪ ਦਾ ਉਚਾਰਨ ਹੋਇਆ ਉਹ ਯਾਨੀ ਸੱਚਖੰਡ ਦੇ ਵਿੱਚ ਪਹੁੰਚੇਗਾ, ਜੂਨਾਂ 'ਚ ਧੱਕੇ ਨਹੀਂ ਖਾਏਗਾ। ਇਸ ਕਰਕੇ ਜੋ ਨਿਰਾਕਾਰ ਦੀ ਆਵਾਜ਼ ਸੀ ਔਰ ਜੋ ਮੂਲ ਮੰਤਰ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਇੱਕ ਵਾਰੀ ਮੂਲ ਮੰਤਰ ਉਚਾਰਨ ਕਰਕੇ ਫਿਰ ਉਹਦੇ ਵਿੱਚੋਂ ਮੰਗਲ ਬਣਾਏ, ਉਹਦੇ 'ਚ ਦੁਆਦਸ ਮੰਤਰ ਬਣਾਇਆ, ਉਹਦੇ 'ਚ ਖੋੜਸਾ ਮੰਤਰ ਬਣਾਇਆ। ਇਤਿਆਦ ਕਿ ਇਹਨਾਂ ਦੇ ਭੇਦ ਹੈ, ਉੱਥੇ ਬਾਰ-ਬਾਰ ਆਉਂਦੇ ਨੇ, ਫਿਰ ਵੀ ਆ ਜਾਣਗੇ। ਤੇ ਇਸ ਨੂੰ ਜਿਹੜਾ ਹੁਣ ਇੱਥੇ ਆਪ ਜੀ ਨੇ ਸ਼ਬਦ ਜਿਹੜਾ ਸੁਣਿਆ, ਜਿਹਦੇ ਅਰਥ ਸੁਣੇ ਨਾ, ਇਹਨੂੰ ਮਹਾਮੰਤਰ ਕਹੋ ਜਾਂ ਇਸ ਨੂੰ ਮਹਾਮੰਗਲ ਕਹੋ। ਉਹ ਮੰਗਲ ਨੇ ਥੋੜੇ ਅੱਖਰਾਂ ਨੇ, ਇਹ ਵੱਡੇ ਅੱਖਰਾਂ ਵਾਲਾ ਹੈ, ਕਿਉਂਕਿ 32 ਵਾਰ ਆਉਂਦਾ, 33 ਵਾਰ ਤਾਂ ਮੂਲ ਮੰਤਰ ਦੇ ਨਾਲ ਹੈ। ਇਸ ਕਰਕੇ ਹੁਣ ਮਹਾਰਾਜ ਸਾਹਿਬ ਜੀ ਨੇ ਇਹ 3 ਸੋਦਰ ਵੱਖਰੇ ਵੱਖਰੇ ਸਨ। ਤੇ ਰਾਗ ਆਸੈ ਉਚਾਰਨ ਕਰਨ ਵਾਲੇ ਪਹਿਲੇ ਪਾਤਸ਼ਾਹ, ਰਾਗ ਦਾ ਪਹਿਲਾ ਸੁਰਤਾਲ, ਸੋਦਰ ਇਹਦਾ ਨਾਮ ਹੈ, ਭੈਣ ਨਾਨਕੀ ਦੇ ਪ੍ਰਥਾਏ ਇਹ ਸੁਲਤਾਨਪੁਰ ਸਾਹਿਬ ਉਚਾਰਨ ਕੀਤਾ। ਹੁਣ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸੋਦਰ ਦਾ ਜਿਹੜਾ ਅੱਖਰਾਂ ਦਾ ਅਰਥ ਹੈ, ਸੋ ਜਿਹੜਾ ਤਤਪਦ ਦਾ ਲਖ ਅਰਥ ਹੈ, ਵੇਦਾਂ ਸ਼ਾਸਤਰਾਂ ਕਰਕੇ ਜੋ ਗਿਆਨ ਰੂਪੀ ਦਰ ਦਾ ਪ੍ਰਤਿਪਾਦਿਆ ਜਾਣਨ ਯੋਗ ਹੈ, ਸੋ ਉਸ ਦਾ ਸੱਚਖੰਡ ਸਾਧ ਸੰਗਤ ਰੂਪੀ ਦਰ ਆਪਣਾ ਦਰ ਹੈ। ਸੋ ਦਰ ਇਹ ਉਹਦਾ ਦਰ ਹੈ। ਅੱਗੇ ਹੁਣ ਜਿਸ ਪ੍ਰਕਾਰ ਸ਼ਬਦ ਦੇ ਅੱਖਰਾਂ ਦੇ ਵਿੱਚ ਭਾਈ ਧਿਆਨ ਰੱਖਣ ਦੀ ਲੋੜ ਹੈ, ਆਓ ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ ਸੁਣੋ ਜੀ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਪਰਮੇਸ਼ਰ ਦੇ ਸਨਮੁਖ ਬਿਰਤੀ ਜੋੜ ਕੇ, ਜਿਵੇਂ ਜਹਾਜ਼ ਚਲਾਉਣ ਵਾਲਾ ਜਹਾਜ਼ ਚਲਾ ਰਿਹਾ, ਕਿਸੇ ਦਿਸ਼ਾ ਵਿੱਚ ਵੀ ਚਲਾ ਜਾਏ, ਪਰ ਉਹਦੇ ਵਿੱਚ ਇੱਕ ਸੂਈ ਲੱਗੀ ਹੋਈ ਹੈ ਜਿਹੜੀ ਧਰੁਵ ਵੱਲ ਨੂੰ ਰਹਿੰਦੀ ਹੈ, ਕੰਪਾਸ ਜਿਹੜੀ, ਉਹ ਸੂਈ ਨੇ ਉਧਰ ਹੀ ਰਹਿਣਾ ਹੈ, ਕੁਤਵਨਾ ਸੂਈ ਕਹਿੰਦੇ ਨੇ ਉਸ ਨੂੰ। ਗੁਰੂ ਸਾਹਿਬ ਕਿਸੇ ਸਿੱਧਾਂ ਨਾਲ ਗੱਲ ਕਰਨ, ਕਿਸੇ ਸੰਤਾਂ ਨਾਲ ਕਰਨ, ਜਗਿਆਸੂ ਨਾਲ ਕਰਨ, ਪਰ ਉਹਨਾਂ ਦੀ ਜਿਹੜੀ ਬ੍ਰਹਮਾਕਾਰ ਬਿਰਤੀ ਹੈ ਉਹ ਉਧਰ ਹੀ ਰਹਿੰਦੀ ਹੈ, ਨਿਰੰਕਾਰ ਵੱਲ। ਇਸ ਪ੍ਰਕਾਰ ਫਿਰ ਮਹਾਰਾਜ ਕਹਿੰਦੇ, ਹੇ ਪਰਮੇਸ਼ਰ, ਬਿਰਤੀ ਜੋੜ ਕੇ ਕਹਿੰਦੇ ਨੇ, ਹੇ ਮਹਾਰਾਜ, ਸੋ ਉਹ ਤੇਰਾ ਤੁਹਾਡਾ ਦਰ ਨਾਮ ਦੁਆਰੇ ਦਾ, ਤੁਹਾਡਾ ਦੁਆਰਾ ਕਿਹਾ ਕਿਹੋ ਜਿਹਾ ਕਹੀਏ, ਕਿਉਂਕਿ ਸੋ ਉਹ ਤੇਰਾ ਘਰ ਨਿਵਾਸ ਸਥਾਨ ਕਿਹਾ ਕਿਹੋ ਜਿਹਾ ਕਹੀਏ, ਕਿਉਂਕਿ ਕਥਨ ਦੇ ਵਿੱਚ ਆ ਨਹੀਂ ਸਕਦਾ, ਉਹ ਅਕਥਨੀ ਹੈ। ਅਕਥੇ ਕਾ ਕਿਆ ਕਥੀਏ ਭਾਈ। ਇਸ ਕਰਕੇ ਦੱਸਦੇ ਨੇ, ਜਿਤ ਵਹਿ ਸਰਬ ਸੰਭਾਲੇ। ਜਿਤ ਜਿੱਥੇ ਬਹਿ ਬੈਠ ਕਰਕੇ ਤੁਸੀਂ ਸਰਬ ਸਾਰਿਆਂ ਨੂੰ ਸੰਭਾਲਦੇ ਹੋ, ਸਭਨਾਂ ਦਾ ਖਿਆਲ ਰੱਖਦੇ ਹੋ। ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾਰਜ ਆਗੇ ਕਰਤ ਰਿਹਾ। ਹੇ ਮਹਾਰਾਜ, ਸਰਗੁਣ ਸਰੂਪ ਵਿੱਚ ਸੋ ਉਹ ਸਾਧ ਸੰਗਤ ਰੂਪੀ, ਇਹ ਦੁਬਾਰੇ ਬੋਲ ਦੋ ਜੀ ਸਾਰੇ ਪੰਕਤੀਆਂ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਹੇ ਮਹਾਰਾਜ, ਸਰਗੁਣ ਸਰੂਪ ਵਿੱਚ ਸੋ ਉਹ ਸਾਧ ਸੰਗਤ ਰੂਪੀ ਤੇਰਾ ਤੁਹਾਡਾ ਦਰ ਕਿਹਾ ਕਹੀਦਾ ਹੈ। ਸਾਰੇ ਜੀਵਾਂ ਦਾ ਹਿਰਦਾ ਰੂਪੀ ਘਰ, ਇਹ ਸੋ ਘਰ ਕਿਹਾ ਕਹੀਦਾ ਹੈ ਤੁਹਾਡਾ। ਤੂੰ ਹਿਰਦੇ ਰੂਪੀ ਸਥਾਨ, ਇਹ ਸਾਡੇ ਘਰ ਨੇ, ਤੇਰੇ ਸਾਰੇ ਹਿਰਦਿਆਂ ਵਿੱਚ ਰਹਿਣਾ। ਸਾਧ ਸੰਗਤ ਵਿੱਚ ਵਹਿ ਸਥਿਤ ਹੋ ਕੇ ਸਰਵ ਸਾਰੇ ਤੁਹਾਨੂੰ ਸੰਭਾਲਦੇ ਯਾਦ ਕਰਦੇ ਨੇ ਮਹਾਰਾਜ। ਜਾਂ ਹੇ ਮਹਾਰਾਜ, ਨਿਰਗੁਣ ਸਰੂਪ ਵਿੱਚ ਸੋ ਉਹ ਤੇਰਾ, ਦੁਬਾਰੇ ਫਿਰ ਬੋਲੋ ਜੀ ਇੱਕ ਵਾਰੀ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਹੇ ਮਹਾਰਾਜ, ਨਿਰਗੁਣ ਸਰੂਪ ਵਿੱਚ ਸੋ ਉਹ ਤੇਰਾ ਦਰ ਕਿਹਾ ਕਿਹੋ ਜਿਹਾ ਕਹੀਏ, ਅਤੇ ਸੋ ਉਹ ਘਰ ਕਿਹਾ ਕਿਹੋ ਜਿਹਾ ਕਹੀਏ। ਭਾਵ ਕਿ ਅਚਰਜ ਰੂਪ ਹੈ ਤੁਹਾਡਾ ਦਰ ਅਤੇ ਅਚਰਜ ਰੂਪ ਹੈ ਤੁਹਾਡਾ ਘਰ, ਜਿੱਤ ਜਿੱਥੇ ਬੈਠ ਕਰਕੇ ਸਰਵ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ। ਤੁਹਾਡੇ ਸਰੂਪ ਵਿੱਚ ਹੀ ਵੈ ਸਥਿਤ ਹੋ ਗਏ ਨੇ, ਜਿਹੜੇ ਵਿਚਾਰ ਕਰਦੇ ਨੇ ਉਹ ਅਭੇਦ ਹੋ ਗਏ ਤੁਹਾਡੇ ਵਿੱਚ। ਰਾਜੇ ਤੇਰੇ ਨਾਦ ਅਨੇਕ ਅਸੰਖਾ। ਇਹ ਮਹਾਰਾਜ, ਤੇਰੇ ਤੁਹਾਡੇ ਬਾਜੇ ਸਾਜ ਵੀ ਅਨੇਕਾਂ ਬਿਆੰਤ ਹਨ, ਨਾਦ ਸ਼ਬਦ ਧੁਨ ਵੀ ਅਸੰਖ ਅਣਗਿਣਤ ਹਨ, ਧੁਨਾਂ ਵੀ। ਨਾਦ ਸ਼ਬਦਾਂ ਨੂੰ ਫਿਰ ਅੱਗੇ ਦੱਸਦੇ ਹਨ, ਕੀਤੇ ਤੇਰੇ ਵਾਵਣ ਹਾਰੇ। ਉਹ ਨਾਦ ਸ਼ਬਦਾਂ ਨੂੰ ਬਾਜੇ ਵਜਾਉਣ ਵਾਲੇ ਵੀ ਅਨੇਕ ਹਨ, ਤੇ ਉਹਨਾਂ ਬਾਜਿਆਂ ਨਾਦਾਂ ਦੀਆਂ ਆਵਾਜ਼ਾਂ ਵੀ ਅਸੰਖਾ ਅਣਗਿਣਤ ਹਨ। ਕੀਤੇ ਵਾਵਣ ਹਾਰੇ। ਹੇ ਮਹਾਰਾਜ, ਤੁਹਾਡੇ ਜੀਵਾਂ ਰੂਪੀ ਬਾਜੇ ਵੀ
ਅਨੇਕਾਂ ਬਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਬਾਵਨ ਹਾਰੇ। ਜੀਵਾਂ ਰੂਪ ਬਾਜੇ ਵੀ ਅਨੇਕਾਂ ਤੇ ਨਾਦ ਧੁਨੀਆਂ ਉਹਨਾਂ ਜੀਵਾਂ ਦੀਆਂ ਆਵਾਜ਼ਾਂ, ਤੇ ਕੋਈ ਮਿੱਠੇ ਬੋਲਦੇ ਆ, ਕੋਲ ਮਿੱਠੀ ਬੋਲਦੀ ਹੈ, ਕਾਂ ਕੌੜਾ ਬੋਲਦਾ ਹੈ, ਬੇਰਸਾ ਬੋਲਦਾ ਹੈ, ਕੌੜੇ ਬੋਲਣ ਵਾਲੇ, ਦਰਮਿਆਨੇ ਸੁਭਾਅ ਵਾਲੇ ਵੀ ਅਸੰਖਾ ਅਣਗਿਣਤ ਨੇ। ਕੀਤੇ ਕਿਤਨੇ ਹੀ ਤੇਰੇ ਤੁਹਾਡੇ ਬਾਜਿਆਂ ਨੂੰ ਬਾਵਨ ਹਾਰੇ, ਵਜਾਉਣ ਵਾਲੇ ਕਿੰਨਰ, ਜੱਛ, ਗੰਧਰਵ, ਮਾਤ ਲੋਕ ਦੇ ਰਾਗੀ ਅਨੇਕਾਂ ਹੀ ਬੇਅੰਤ ਹਨ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ। ਹੇ ਮਹਾਰਾਜ, ਕੀਤੇ ਕਿਤਨੇ ਹੀ ਤੇਰੇ ਤੁਹਾਡੇ ਰਾਗ, ਜਿਵੇਂ ਸ੍ਰੀ ਰਾਗ ਹੈ, ਮਾਝ ਹੈ, ਗੌੜੀ ਹੈ, ਆਸਾ ਹੈ, ਸਾਰੇ ਸੁਣੇ ਤੁਸੀਂ। ਹੋਰ ਵੀ ਅਨੇਕਾਂ ਇਹਨਾਂ ਰਾਗਾਂ ਨੂੰ ਉਚਾਰਨ, ਜਿਹੜੇ ਉਚਾਰਨ ਕਰਨ ਵਾਲੇ ਉਹ ਵੀ ਅਨੇਕ ਹਨ। ਤੇ ਕਿਤਨੇ ਹੀ ਪਰੀ ਰਾਗਣੀਆਂ ਨੂੰ ਉਚਾਰਨ ਵਾਲੇ ਨੇ। ਕਿਤਨੇ ਹੀ ਉਹਨਾਂ ਰਾਗਾਂ ਸਿਉ ਨਾਮ ਪੁੱਤਰ ਦਾ ਹੁੰਦਾ ਹੈ, ਰਾਗਾਂ ਦੇ ਪੁੱਤਰ ਨੇ। ਇਹ ਕਹੀ ਹੈ, ਕਹੇ ਜਾਣ ਵਾਲੇ ਨੇ, ਉਚਾਰਨ ਕਰਨ ਵਾਲੇ ਹਨ। ਅਤੇ ਅੱਗੇ ਦੱਸਦੇ ਨੇ, ਕੀਤੇ ਤੇਰੇ ਗਾਵਨ ਹਾਰੇ। ਕਿਤਨੇ ਹੀ ਉਹਨਾਂ ਰਾਗਾਂ ਨੂੰ ਗਾਵਨ ਵਾਲੇ ਜਿਹੜੇ ਨੇ, ਹਾਹਾ ਹੂ ਗੰਧਰਵ ਆਦਿਕ ਨੇ, ਉਹ ਵੀ ਕਿੰਨੇ ਨੇ। ਕੀਤੇ ਤੇਰੇ ਰਾਗ ਸਿਫੇ ਬੋਲੋ ਜੀ। ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ। ਕਿਤਨੀ ਰਾਗ ਪ੍ਰੇਮੀ, ਪ੍ਰੇਮ ਕਰਨ ਵਾਲੇ ਕਹੀਦੇ ਨੇ। ਕਿਤਨੀ ਕਰਨਾ ਮੁਦਤਾ ਮੈਤਰੀ ਉਪੇਖਿਆ ਆਦਿਕ ਪਰੀ ਪਰੀਆਂ ਕਹੀਦੀਆਂ ਨੇ। ਕਿਤਨੇ ਉਹਨਾਂ ਦੇ ਅੱਗੇ ਫਿਰ ਸਤ ਸੰਤੋਖ ਆਦਿਕ ਸਿਉ ਪੁੱਤਰ ਕਹੀਦੇ ਹਨ। ਕੀਤੇ ਤੇਰੇ ਗਾਵਨ ਹਾਰੇ। ਕਿ ਕਿੰਨੇ ਹੀ ਤੇਰੇ ਜਿਹੜੇ ਗਾਵਣ ਵਾਲੇ ਨੇ, ਹੇ ਪਰਮੇਸ਼ਰ, ਉਹ ਜੀਵ ਕਿੰਨੇ ਕੁ ਨੇ, ਕਹੇ ਨਹੀਂ ਜਾ ਸਕਦੇ, ਗਾਉਣ ਵਾਲੇ ਬੇਅੰਤ ਹਨ। ਗਾਵਨ ਤੁਧਨੋ ਪੌਣ ਪਾਣੀ ਬੈ ਸੰਤਰ। ਇਹ ਮਹਾਰਾਜ, ਤੁਧਨੋ ਤੁਹਾਨੂੰ ਪੌਣ ਹਵਾ, ਪਾਣੀ, ਜਲ, ਬੈਸੰਤਰ, ਅਗਨੀ, ਇਹਨਾਂ ਦੇ ਅਭਿਮਾਨੀ ਦੇਵਤੇ ਗਾਵਨ ਗਾ ਰਹੇ ਹਨ। ਕਿਵੇਂ ਗਾ ਰਹੇ ਹਨ? ਪੌਣ ਰਾਜੋਗੁਣੀ, ਪਾਣੀ ਸਤੋਗੁਣੀ, ਬੈਸੰਤਰ ਤਮੋਗੁਣੀ। ਇਹ ਗਾ ਰਹੇ ਨੇ ਤੈਨੂੰ ਐਸੇ ਜੀਵ। ਜਾਂ ਪੌਣ ਆਹਾਰੀ, ਪੌਣ ਆਹਾਰੀ ਜਿਹੜੇ ਹੁੰਦੇ ਨੇ, ਹਵਾ ਭਕਸ਼ਣ ਕਰਕੇ ਜਿਉਂਦੇ ਨੇ। ਪੌਣ ਆਹਾਰੀ, ਇੱਕ ਪੌਣ ਆਹਾਰੀ, ਇਹ ਪੌਣ ਸਮਾਰ। ਇੱਕ ਪਾਣੀ ਜਲ ਧਾਰੇ ਕਰਨ ਵਾਲੇ, ਇੱਕ ਬੈਸੰਤਰ ਅੱਗ ਦੀਆਂ ਧੂਣੀਆਂ ਤਪਾਉਣ ਵਾਲੇ। ਇਹ ਹੈ ਤਾਂ ਤੇਰੀ। ਜਾਂ ਫਿਰ ਇਹ ਕਹੋ ਪੌਣ ਦੀ ਨਿਆਈ, ਜਿਹੜੇ ਨਿਰਲੇਪ ਰਹਿਣ ਵਾਲੇ। ਪਾਣੀ ਦੀ ਨਿਆਈ, ਸ਼ਾਂਤ ਰਹਿਣ ਵਾਲੇ ਸੁਭਾਅ ਨੇ ਇਹ ਸਾਧੂਆਂ ਦੇ। ਬੈਸੰਤਰ ਅੱਗ ਦੀ ਨਿਆਈ, ਦਰਵਾਸ਼ੇ ਵਰਗੇ ਤੇਜ਼ੀ ਸੁਭਾਅ ਵਾਲੇ ਵੀ ਹਨ। ਪਰ ਗਾ ਰਹੇ ਨੇ ਤੈਨੂੰ। ਗਾਉਂਦੇ ਸਾਰੇ, ਦਰਵਾਜ਼ਾ ਕਿਹੜਾ ਨਹੀਂ ਗਾਉਂਦਾ ਸੀ, ਅੱਗ ਹੀ ਛੱਡਦਾ ਰਹਿੰਦਾ ਸੀ ਹਰ ਵੇਲੇ। ਇਸ ਕਰਕੇ ਮਹਾਰਾਜ ਗਾਵੇ ਰਾਜਾ ਧਰਮ ਦੁਆਰੇ। ਤੁਹਾਡੇ ਦੁਆਰੇ ਬੂਹੇ ਤੇ ਬੈਠਾ ਧਰਮ ਰਾਜਾ ਜਿਹੜਾ ਹੈ, ਨਿਆਂ ਕਰਨ ਵਾਲਾ, ਉਹ ਤੁਹਾਡੇ ਜਸ ਨੂੰ ਗਾ ਰਿਹਾ ਹੈ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ। ਇਹ ਮਹਾਰਾਜ ਜਿਹੜੇ ਚਿੱਤ ਹਿਰਦੇ ਵਿੱਚ ਗੁਪਤ ਲੁਕੀਆਂ ਗੱਲਾਂ ਦੀ ਚਿੱਤਰਕਾਰੀ ਕਰਕੇ ਲਿਖ ਕੇ ਜਾਣਦੇ ਹਨ। ਉਹ ਕੌਣ? ਚਿੱਤਰਗੁਪਤ। ਉਹ ਚਿੱਤਰਗੁਪਤ ਵੀ ਤੁਧ ਨੂੰ, ਤੁਹਾਨੂੰ, ਤੁਹਾਡੇ ਗੁਣਾਂ ਨੂੰ ਗਾਉਂਦੇ ਹਨ। ਐਸੇ ਜਿਹੜੇ ਹੈ ਉਹ ਵੀ ਚਿੱਤਰਗੁਪਤ ਜਿਹੜੇ ਨੇ, ਵੀ ਸਾਡੇ ਕੋਲੋਂ ਕਿਤੇ ਗਲਤ ਨਾ ਲਿਖਿਆ ਜਾਵੇ, ਤੁਹਾਤੋਂ ਡਰਦੇ ਨੇ ਤੇ ਤੁਹਾਡਾ ਜਸ ਗਾਉਂਦੇ ਹਨ। ਲਿਖ ਧਰਮ ਵਿਚਾਰੇ। ਲਿਖੇ ਹੋਏ, ਲੇਖੇ ਨੂੰ ਧਰਮ ਰਾਜਾ ਵਿਚਾਰੇ, ਵਿਚਾਰਦਾ ਹੈ ਕਿ ਜੀਵ ਨੇ ਕਿੰਨੇ ਪਾਪ ਕੀਤੇ ਨੇ, ਕਿੰਨੇ ਪੁੰਨ ਕੀਤੇ ਨੇ। ਆ ਹੁਣ ਸਾਰਾ ਹੀ ਲੇਖੇ ਵਿੱਚ ਹੈ ਵੀ ਕਿੰਨੇ ਦਿਨ ਕਥਾ ਸੁਣੀ, ਕਿਹਨੇ ਸੁਣੀ, ਕਦੋਂ ਸੁਣੀ, ਇਹ ਸਾਰਾ ਕੁਝ ਲੇਖੇ 'ਚ ਹੈ। ਜਿਹੜੇ ਪਾਪ ਕਰਦੇ ਆ ਉਹ ਵੀ ਲੇਖੇ 'ਚ ਹੈ। ਕਿਸੇ ਨੂੰ ਕੌੜਾ ਬੋਲਦੇ ਆ ਉਹ ਵੀ ਲੇਖੇ 'ਚ ਹੈ। ਬੁਰਾ ਦੇਖ ਰਹੇ ਆ ਉਹ ਵੀ ਲੇਖੇ। ਉਹ ਲਿਖਤ ਹੋਈ ਜਾ ਰਹੀ ਹੈ। ਇਸ ਕਰਕੇ ਲੇਖਾ ਦੇਣਾ ਤਾਂ ਹੀ ਸੌਖਾ ਹੋਏਗਾ। ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪ ਨੜੇ ਗਰੀਬਾਨ ਮੇਂ ਸਿਰ ਨੀਵਾ ਕਰ ਦੇਖ। ਸੋ ਅੱਗੇ ਦੱਸਦੇ ਹਨ ਜੀ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਈਸ਼ਰ ਨਾਮ ਹੈ ਸ਼ਿਵ ਜੀ ਦਾ। ਮਹਾਰਾਜ ਤੁਹਾਨੂੰ ਸ਼ਿਵ ਜੀ ਵੀ ਗਾਉਂਦਾ ਹੈ, ਤੇ ਵਿਸ਼ਨੂੰ ਤੁਹਾਨੂੰ ਗਾਉਂਦਾ ਹੈ, ਬਰਮਾ ਤੁਹਾਨੂੰ ਗਾਉਂਦਾ ਹੈ। ਗਾਵਨ ਤੁਧਨੋ ਈਸ਼ਰ ਬਰਮਾ ਦੇਵੀ।
ਈਸ਼ਰ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਅਤੇ ਦੇਵੀ 9 ਕਰੋੜ ਦੁਰਗਾ ਹੀ ਹੈ। ਸ਼ਿਵ ਜੀ ਦੀ ਪਾਰਵਤੀ, ਬ੍ਰਹਮੇ ਦੀ ਸਰਸਵਤੀ ਬ੍ਰਹਮਾਣੀ, ਵਿਸ਼ਨੂੰ ਜੀ ਦੀ ਲక్ష్ਮੀ। ਇਹ ਦੇਵੀ ਦੇਵੀਆਂ ਇਹ ਵੀ ਮਹਾਰਾਜ ਤੁਹਾਨੂੰ ਗਾਉਂਦੀਆਂ ਨੇ, ਤੁਧ ਨੂੰ ਤੈਨੂੰ ਗਾਵਨ ਉਚਾਰਦੀਆਂ, ਤੁਹਾਡਾ ਜਸ ਕਰਦੀਆਂ ਰਹਿੰਦੀਆਂ ਹਨ। ਸੋਹਨ ਤੇਰੇ ਸਦਾ ਸਵਾਰੇ, ਸਦਾ ਹਮੇਸ਼ਾ ਤੁਹਾਡੇ ਸਵਾਰੇ, ਦਰੁਸਤ ਕੀਤੇ ਹੋਏ, ਸਿੰਗਾਰੇ ਹੋਏ, ਸੋਹਣ ਸੋਭਦੇ ਹਨ। ਗਾਵਨ ਤੁਧ ਨੂੰ ਇੰਦਰ ਇੰਦਰਾਸਣ ਬੈਠੇ। ਇਹ ਮਹਾਰਾਜ ਤੁਧ ਨੂੰ, ਤੁਹਾਨੂੰ, ਤੁਹਾਡੇ ਜਸ ਨੂੰ ਇੰਦਰ ਦੇਵਤਾ, ਸਵਰਗ ਦਾ ਜਿਹੜਾ ਰਾਜਾ ਹੈ ਦੇਵਤਿਆਂ ਦਾ, ਉਹ ਇੰਦਰਾਸਣ, ਇੰਦਰ ਦੇ ਸਿੰਘਾਸਣ ਤੇ ਬੈਠ ਕੇ, ਇਸਤਤ ਹੋ ਕੇ ਉਹ ਵੀ ਤੁਹਾਨੂੰ ਗਾ ਰਿਹਾ ਹੈ। ਤੇ 33 ਕਰੋੜ ਦੇਵਤੇ ਜਿਹੜੇ ਨੇ, ਦੇਵਤਿਆਂ ਦਰ ਨਾਲੇ, 33 ਕਰੋੜ ਦੇਵਤਿਆਂ ਦੇ ਦਰ ਦਲ ਦੇ ਨਾਲ ਸਮੇਤ ਉਹਦੇ ਗਾਵਨ ਗਾ ਰਿਹਾ ਹੈ। ਇੰਦਰ ਵੀ ਤੇ ਬਾਕੀ ਦੇ ਦੇਵਤੇ ਵੀ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਇਹ ਮਹਾਰਾਜ ਸਿੱਧ ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੇ 84 ਸਿੱਧ ਸਮਾਧੀ ਧਿਆਨ ਦੇ ਅੰਦਰ ਸਥਿਤ ਹੋ ਕੇ ਤੁਧ ਨੂੰ, ਤੁਹਾਨੂੰ, ਤੁਹਾਡੇ ਜਸ ਨੂੰ ਗਾਵਨ ਗਾਉਂਦੇ ਨੇ। ਤੇ ਫਿਰ ਉਹ ਤੁਹਾਡੇ ਜਸ ਨੂੰ ਗਾਉਣ ਵਾਲੇ ਜਿਹੜੇ ਅੱਗੇ ਹੋਰ ਵੀ ਗਾਵਨ ਤੁਧ ਨੂੰ, ਗਾਵਨ ਤੁਧ ਨੂੰ ਸਾਧ ਵਿਚਾਰੇ। ਤੇ ਇਸੇ ਤਰ੍ਹਾਂ ਤੁਹਾਡੇ ਜਸ ਨੂੰ ਗਾਉਂਦੇ ਨੇ ਕੌਣ? ਵਿਚਾਰੇ, ਵਿਚਾਰਵਾਨ। ਸਾਧ ਨਾਮ ਨਿਰਮਲਤਾ ਕੇ ਕਰਮ, ਸਾਧੂ ਮਹਾਤਮਾ ਨਿਰਮਲ ਕਰਮਾਂ ਵਾਲੇ, ਉਹ ਵੀ ਤੁਧ ਨੂੰ, ਤੁਹਾਡੇ ਜਸ ਨੂੰ ਗਾਵਨ ਗਾਉਂਦੇ ਨੇ। ਜਾਇਓ ਕਹੇ ਬੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ ਇਤਿਆਦਿਕ। ਇਹ ਸਾਧ ਸਾਧਨਾ ਨੂੰ ਕਰਨ ਵਾਲੇ, ਆਤਮਾ ਦੀ ਵਿਚਾਰੇ ਵਿਚਾਰ ਕਰਨ ਵਾਲੇ ਸ੍ਰੇਸ਼ਟ ਜਨ ਵੀ ਤੁਹਾਡੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਇਹ ਮਹਾਰਾਜ ਜਤੀ ਜਤ ਧਾਰਨ ਵਾਲੇ 6 ਜਤੀ ਮੰਨੇ ਆ ਸਾਧ ਸੰਗਤ ਜੀ। ਗੋਰਖਨਾਥ ਹੈ, ਭੈਰਵ ਹੈ, ਲక్ష్మణ ਹੈ, ਹਨੂਮਾਨ ਹੈ, ਦੱਤਾਤਰੇय ਹੈ, ਭੀਸ਼ਮ ਪਿਤਾਮਹ ਹੈ। ਇਹ ਜਤੀ ਤੇ ਇਹ ਵੀ ਤੁਹਾਨੂੰ ਗਾਵਨ ਤੁਧ ਨੂੰ ਮਹਾਰਾਜ ਤੁਹਾਨੂੰ ਗਾ ਰਹੇ ਨੇ। ਐਸੇ ਤੁਹਾਨੂੰ ਸਤੀ, ਅੱਗੇ ਜਤੀ ਤੋਂ ਬਾਅਦ ਸਤੀ ਆ ਗਿਆ ਨਾ। ਸਤੀ, ਸਤੀਆਂ ਵੀ ਤੁਹਾਨੂੰ ਗਾਉਂਦੀਆਂ। ਉਹਨਾਂ ਦੇ ਵਿੱਚ ਅਨਸੂਇਆ ਹੈ, ਸੀਤਾ ਹੈ, ਬੜੀਆਂ ਹੋਰ ਸਤੀਆਂ ਦੇ ਨਾਂ। ਇਹ ਵੀ ਤੁਹਾਨੂੰ ਗਾ ਰਹੀਆਂ। ਸੰਤੋਖੀ, ਚੁਣਕਰੀਖੀ ਵਰਗੇ ਸੰਤੋਖ ਧਾਰਨ ਵਾਲੇ ਤੁਹਾਨੂੰ ਗਾ ਰਹੇ ਨੇ ਮਹਾਰਾਜ। ਸੰਤੋਖੀਆਂ ਦੇ ਚੁਣਕ ਰਿਸ਼ੀ ਦੀ ਬਾਤ ਆਉਂਦੀ ਹੈ। ਬ੍ਰਾਹਮਣ ਸੀ ਇਹ ਚੁਣਕ ਰਿਸ਼ੀ। ਇਹਦੇ ਨਾਂ ਤੇ ਇਹਨਾਂ ਦਾ ਵੀ ਗੋਤ ਚੱਲਿਆ ਹੈ ਕਿ ਇਹਦੇ ਵਿੱਚ ਵੀ ਚਾਣਕਿਆ ਰਿਸ਼ੀ ਹੋਇਆ, ਜਿਹਨੇ ਉਹ ਰਾਜਨੀਤੀ ਦਾ ਗ੍ਰੰਥ ਬਣਾਇਆ। ਕਿਉਂਕਿ ਬ੍ਰਾਹਮਣ ਦੇ ਵਿਧਾਨ ਵਿੱਚ ਲਿਖਿਆ ਹੋਇਆ ਸੀ ਸ਼ਾਸਤਰਾਂ 'ਚ, ਵੇਦਾਂ 'ਚ, ਕਿ ਬ੍ਰਾਹਮਣ ਨਾ ਤਾਂ ਨੌਕਰੀ ਕਰੇ, ਨਾ ਬਿਜ਼ਨਸ ਕਰੇ, ਨਾ ਖੇਤੀ ਕਰੇ, ਕੇਵਲ ਬ੍ਰਹਮ ਦੀ ਵਿਚਾਰ ਕਰੇ ਤੇ ਲੋਕਾਂ ਦਾ ਭਲਾ ਕਰੇ, ਤੇ ਕਦੇ ਭਿੱਖਿਆ ਨਾ ਮੰਗੇ। ਭੁੱਖ ਲੱਗੀ ਤੋਂ ਧਰਤੀ ਦੇ ਉੱਤੇ ਸ਼ਿਲਾ ਚੁੱਕ ਕੇ ਗੁਜ਼ਾਰਾ ਕਰ ਸਕਦਾ, ਬਿਰਛਾਂ ਨੂੰ ਲੱਗੇ ਫਲ ਖਾ ਸਕਦਾ, ਨਾਮ ਜਪਦਾ ਰਹੇ, ਸੰਤੋਖੀ ਰਹੇ। ਚੌਣਕੀ ਰਿਸ਼ੀ ਸੀ ਜਿਹੜਾ ਐਸੇ ਕਰਦਾ ਸੀ। ਗ੍ਰਸਤੀ, ਇੱਕ ਉਹਦੇ ਘਰ ਵਾਲੀ, ਇੱਕ ਲੜਕਾ, ਇੱਕ ਲੜਕੇ ਦੇ ਘਰ ਵਾਲੀ, ਜਾਣੀ ਇੱਕ ਨੂੰਹ ਪੁੱਤ, ਦੋਨੇ ਦੋ ਜੀ ਉਹ ਹੋ ਗਏ, ਦੋ ਇਹ ਹੋ ਗਏ ਮਾਲਕ ਦੀ। ਕੁਦਰਤ ਨੇ, ਕਿਉਂਕਿ ਬੱਚਾ ਪੜ੍ਹਦਾ ਜਾਂਦਾ ਹੈ, ਅਖੀਰ ਨੂੰ ਇੱਕ ਦਿਨ ਫਿਰ ਉਹਦੀ ਪ੍ਰੀਖਿਆ ਹੁੰਦੀ ਹੈ, ਜਿਹਨੂੰ ਇਮਤਿਹਾਨ ਕਹਿੰਦੇ। ਪ੍ਰੀਖਿਆ ਕਰੜੀ ਹੋ ਗਏ। ਇਹਦਾ ਨਿਯਮ ਸੀ ਤੇ ਚੁਣ ਕੇ ਸਿਲਾ ਚੁੱਕੇ, ਜਿਹੜੀਆਂ ਬੱਲੀਆਂ ਜਾਂ ਅਨਾਜ ਡਿੱਗਿਆ ਹੁੰਦਾ ਸੀ ਇਕੱਠਾ ਕਰਨਾ, ਉਹਦੇ ਵੀ ਫਿਰ 5 ਹਿੱਸੇ ਬਣਾਉਣੇ। 5 ਹਿੱਸੇ ਬਣਾ ਕੇ ਜਿਹੜਾ 5ਵਾਂ ਹਿੱਸਾ ਰੱਬ ਦੇ ਨਾਂ ਦਾ, ਉਹ ਕਿਸੇ ਨੂੰ ਛਕਾ ਕੇ ਫਿਰ ਚਾਰੇ ਛਕਦੇ ਸੀ। ਬਾਰਿਸ਼ ਪੈਂਦੀ ਸੀ, ਸਿਲਾ ਕਿਤੇ ਅਨਾਜ ਮਿਲਿਆ ਨਾ। 1 ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ, 7 ਦਿਨ ਲੰਘ ਗਏ, ਕੁਛ ਨਾ ਮਿਲਿਆ। ਤਾਂ ਹੁਣ ਪਰਿਵਾਰ ਭੁੱਖਾ ਬੈਠਾ ਹੈ। ਇਹਦੀ ਜ਼ਿੰਮੇਵਾਰੀ ਸੀ। ਇਹ ਗਿਆ ਫਿਰਨ ਤੁਰ, ਕੀੜਿਆਂ ਦੇ ਪਾਉਣ ਤੇ ਕਿਤੇ ਸਤੂਆਂ ਦੇ ਛਿੱਲੜ ਪਏ। ਇਹਨੇ ਉਹ ਹੌਲੀ 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 ਇਕੱਠੇ ਕਰ ਲਏ, ਲਿਆ ਕੇ ਉਹਨੂੰ ਘੋਟਿਆ, ਪਾਣੀ ਪਾ ਕੇ ਘੋਟ ਲਿਆ। ਉਹਦੇ ਫਿਰ 5 ਹਿੱਸੇ ਬਣਾਏ। ਦੇਖੋ, ਉਹਦੇ ਫਿਰ 5 ਹਿੱਸੇ ਬਣਾਏ, ਧਰਮ ਪਾ ਲਿਆ।
ਕਹਿੰਦਾ ਵੀ ਦਾਤਾ ਕਿਰਪਾ ਕਰ, ਕੋਈ ਲੋੜਵੰਦ ਮੈਂ ਕਿਸੇ ਅਤਿਥੀ ਨੂੰ ਦੇ ਕੇ ਸਕਦਾ ਹੁੰਨਾ, ਮੇਰਾ ਨਿਯਮ ਪੂਰਾ ਹੋ ਜਾਵੇ। ਭਗਵਾਨ ਜੀ ਆਪ ਇੱਕ ਬਿਰਧ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਗਏ। ਚੁਣਕ ਰਿਸ਼ੀ ਨੂੰ ਨਹੀਂ ਪਤਾ ਹੈ। ਆ ਕੇ ਕਹਿੰਦੇ ਵੀ ਮੁਝੇ ਬਹੁਤ ਭੂਖ ਲਗੀ ਹੈ, ਕੁਛ ਹੈ ਖਾਣੇ ਕੇ लिए? ਕਹਿੰਦੇ ਹਾਂ, ਆ ਲਓ ਭਗਵਾਨ ਜੀ। ਉਹ ਪੀ ਕੇ ਕਹਿੰਦਾ ਮੈਨੂੰ ਤਾਂ ਭੁੱਖ ਨਹੀਂ ਮਿਟੀ ਅਜੇ, ਬਹੁਤ ਭੁੱਖ ਹੈ। ਇਹਨੇ ਆਪਣੇ ਵਾਲਾ ਹਿੱਸਾ ਸੀ ਜਿਹੜਾ ਦੇਤਾ। ਕਹਿੰਦੇ ਲੈ ਬ੍ਰਾਹਮਣ ਤੂੰ ਮੇਰੇ ਵਾਲਾ ਹਿੱਸਾ ਲੈ। ਕਹਿੰਦਾ ਮੇਰੀ ਭੁੱਖ ਅਜੇ ਵੀ ਨਹੀਂ ਮਿਟੀ। ਇਹਦੇ ਘਰ ਵਾਲੀ ਕਹਿੰਦੀ ਪਤੀ ਜਦ ਤੈਂ ਨਹੀਂ ਕੁਛ ਖਾਣਾ ਮੈਂ ਕਾਹਨੂੰ ਖਾਊਂਗੀ, ਕਿਸੇ ਮੇਰੇ ਵਾਲਾ ਹਿੱਸਾ ਵੀ ਦੇ ਦੇ ਭਗਵਾਨ। 7 ਦਿਨ ਦੇ ਭੁੱਖਿਆਂ ਨੂੰ ਇੱਥੇ 3-3 ਵੇਲੇ ਮਿਲਦਾ, ਫਿਰ ਵੀ ਆਪਸ ਵਿੱਚ ਹੀ ਕਈ ਵਾਰੀ ਕੋਈ ਗੜਬੜ ਹੋ ਜਾਂਦੀ ਹੈ। ਦੇਖੋ ਸੰਸਾਰ ਕਿੱਥੇ ਖੜਾ, ਅਸੀਂ ਕਿੱਥੇ ਖੜੇ ਹਾਂ, ਸੰਤੋਖੀ ਬੰਦੇ ਕਿੱਥੇ ਖੜੇ ਨੇ। ਵਾਹਿਗੁਰੂ। ਜਿਸ ਵੇਲੇ ਦੇਖਿਆ ਬੱਚੇ ਨੇ, ਮੇਰੇ ਮਾਤਾ ਪਿਤਾ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਹੈ, ਅੱਜ ਉਹਨਾਂ ਤੇ ਇੱਕ ਮੁਸੀਬਤ ਹੈ, ਇਹ ਮੈਂ ਪੁੱਤਰ ਹਾਂ ਇਹਨਾਂ ਦਾ। ਜਦੋਂ ਉਹਨੇ ਕਿਹਾ ਕਹਿੰਦੇ ਮੇਰੀ ਤਾਂ ਭੁੱਖ ਅਜੇ ਵੀ ਨਹੀਂ ਮਿਟੀ, ਉਹਦੇ ਪੁੱਤਰ ਨੇ ਕਿਹਾ ਪਿਤਾ ਜੀ ਆ ਮੇਰੇ ਵਾਲਾ ਵੀ ਦੇ ਦਿਓ। ਉਹ ਵੀ ਪੀ ਗਿਆ। ਉਹ ਕਹਿੰਦਾ ਮੇਰੀ ਤਾਂ ਭੁੱਖ ਅਜੇ ਵੀ ਨਹੀਂ ਮਿਟੀ। ਨੂੰਹ ਰਾਣੀ ਕਹਿਣ ਲੱਗੀ ਵੀ ਜਦੋਂ ਮੇਰੇ ਪਿਤਾ ਨੇ, ਪਿਤਾ ਸਮਾਨ ਨਹੀਂ ਹੁੰਦਾ ਨਾ ਸਹੁਰਾ, ਮੇਰੇ ਸਹੁਰਾ ਸਾਹਿਬ ਨੇ, ਮੇਰੀ ਸੱਸ ਨੇ, ਮੇਰੇ ਪਤੀ ਨੇ, ਤੇ ਮੈਂ ਖਾ ਕੇ ਕੀ ਕਰਨਾ? ਉਹਨੇ ਕਿਹਾ ਲੋ ਜੀ ਮੇਰੇ ਵਾਲਾ ਵੀ ਦੇ ਦਿਓ। ਉਹ ਪੀ ਕੇ ਕਹਿੰਦੇ ਬ੍ਰਾਹਮਣ ਨੇ ਭਗਵਾਨ ਦੇ ਰੂਪ ਦੇ ਵਿੱਚ ਅਸ਼ੀਰਵਾਦ ਦਿੱਤੀ, ਤੁਹਾਡੀ ਮਨੋਕਾਮਨਾ ਪੂਰੀ ਹੋਵੇ। ਕੀ ਕਾਮਨਾ ਹੈ ਤੇਰੀ ਰਿਸ਼ੀ? ਕਹਿੰਦਾ ਜੀ ਕੋਈ ਕਾਮਨਾ ਨਹੀਂ, ਪਦਾਰਥ ਤਾਂ ਨਹੀਂ ਮੈਨੂੰ ਚਾਹੀਦਾ, ਮੈਨੂੰ ਭਗਵਾਨ ਦੇ ਦਰਸ਼ਨ ਹੋ ਜਾਣ। ਕਹਿੰਦੇ ਲੈ ਫਿਰ, ਕਹਿੰਦੇ ਮੈਂ ਹੀ ਬ੍ਰਾਹਮਣ ਮੈਂ ਹੀ ਬਣਿਆ ਹੋਇਆ ਸੀ। ਉਸ ਵੇਲੇ ਭਗਵਾਨ ਜੀ ਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ। ਇਸ ਕਰਕੇ ਇਹ ਸੰਤੋਖੀ ਦੀ ਬਾਤ ਹੈ। ਸਮ ਸੰਤੋਖ ਨ ਔਰ ਸੁਖ, ਤਪ ਨ ਖਿਮਾ ਸੰਗ ਜਾਨ, ਬ੍ਰਹਮ ਗਿਆਨ ਸਮਦਾਨ ਨੈ, ਧਰਮ ਨ ਦਇਆ ਸਮਾਨ। ਹੇ ਮਹਾਰਾਜ, ਤੁਹਾਨੂੰ ਚੁਣ ਕੇ ਰਿਸ਼ੀ ਵਰਗੇ ਸੰਤੋਖੀ ਪੁਰਸ਼ ਜਿਹੜੇ ਨੇ ਉਹ ਵੀ ਤੁਹਾਨੂੰ ਗਾਉਂਦੇ ਹਨ। ਗਾਵਨ ਤੁਧਨੋ ਵੀਰ ਕਰਾਰੇ। ਮਹਾਰਾਜ ਤੁਹਾਨੂੰ 52 ਵੀਰ, ਸੂਰਵੀਰ, ਕਰਾਰੇ, ਕਰੜੇ ਸੁਭਾਅ ਵਾਲੇ ਤੁਧਨੋ ਤੁਹਾਨੂੰ ਗਾਵਨ ਗਾਉਂਦੇ ਨੇ। ਜਾਂ ਫਿਰ ਜਿਨ੍ਹਾਂ ਦੇ ਕਰ ਹੱਥ ਆਰਿਆਂ ਵਰਗੇ ਨੇ, ਜਿੱਥੇ ਹੱਥ ਪਾ ਲੈਣ ਚੀਰ ਕੇ ਰੱਖ ਦਿੰਦੇ, ਉਹ ਸੂਰਮੇ ਵੀ ਤੁਹਾਨੂੰ ਗਾਉਂਦੇ ਹਨ। ਗਾਵਨ ਤੁਧਨੋ ਪੰਡਤ ਪੜੇ ਰਖੀਸਵਰ। ਹੇ ਮਹਾਰਾਜ, ਬਿਆਸ ਰਿਸ਼ੀ ਵਰਗੇ ਪੰਡਤ ਵਿਦਵਾਨ ਉਹ ਵੀ ਤੁਹਾਨੂੰ ਗਾਉਂਦੇ ਹੈ। ਗਾਵਨ ਤੁਧਨੋ ਗਾ ਰਹੇ ਨੇ। ਉਹਨਾਂ ਤੋਂ ਅੱਗੇ ਪੜ੍ਹੇ ਜਿਹੜੇ ਉਹਨਾਂ ਦੇ ਵਿਦਿਆਰਥੀ ਸੀ, ਜਿਹੜੇ ਪੜ੍ਹੇ ਸੀ, ਉਹਨਾਂ ਤੋਂ ਜੈਮਨੀ ਮੁਨੀ ਹੋਇਆ, ਜਾਂ ਫਿਰ ਹੋ ਗੌਤਮ ਰਿਸ਼ੀ ਵਰਗੇ ਵੇਦਾਂ ਦੀਆਂ ਰਿਚਾਂ ਉਚਾਰਨ ਕਰਨ ਵਾਲੇ ਰਿਖੀਸ਼ਵਰ, ਰਿਖੀਆਂ ਦੇ ਵੀ ਈਸ਼ਵਰ ਜਾਣੀ ਵੱਡੇ ਰਿਖੀ, ਉਹ ਤੁਹਾਨੂੰ ਮਹਾਰਾਜ ਗਾਉਂਦੇ ਹੈ, ਤੁਹਾਡਾ ਜਸ ਕਰਦੇ ਹਨ। ਸਾਂਖ ਨਿਆਇ ਵਿਸ਼ੇਖ ਪੂਰਨਮਾਸਾ ਪਤੰਜਲ ਵਿਦਾਂਤ, ਛੇ ਸ਼ਾਸਤਰ ਕਪਲ ਗੌਤਮ ਕਨਾਲ ਜੈਮਨੀ ਪਤੰਜਲ ਵਿਆਸ ਆਦਿ, ਇਹਨਾਂ ਦੇ ਇੱਕ ਇੱਕ ਸ਼ਾਸਤਰ ਰੱਖਿਆ। ਰੋ ਵਿਚਾਰ ਜੁਗ ਜੁਗ ਵੇਦਾਂ ਨਾਲੇ। ਸਤਜੁਗ ਚ ਜੁਗ ਜੁਗ ਵੇਦਾਂ ਨਾਲੇ। ਜੁਗ ਤੇ ਜੁਗ, ਜੁਗ 2 ਦਾ ਨਾਂ ਹੈ, 4 ਹੋ ਗਏ ਨਾ। ਸਤਜੁਗ ਚ ਬ੍ਰਾਹਮਣਾਂ ਦਾ ਰਾਜ ਸੀ, ਹੰਸ ਅਵਤਾਰ ਸੀ, ਤੇ ਸ਼ਾਮ ਵੇਦ ਸੀ ਸਤਜੁਗ ਦਾ। ਤ੍ਰੇਤੀ ਖੱਤਰੀਆਂ ਦਾ ਰਾਜ, ਤੇ ਰਾਮਚੰਦਰ ਭਗਵਾਨ ਜੀ ਯੁਗ ਅਵਤਾਰ, ਰਿਗਵੇਦ ਸੀ ਤ੍ਰੇਤੇ ਦਾ। ਦੁਆਪਰ ਵਿੱਚ ਵੈਸ਼ਾਂ ਦਾ ਰਾਜ, ਤੇ ਕ੍ਰਿਸ਼ਨ ਭਗਵਾਨ ਜੀ ਅਵਤਾਰ ਹੋਏ, 16 ਕਲਾਂ ਸੰਪੂਰਨ ਫਲਿਆ, ਯੁਜੁਰਵੇਦ ਸੀ। ਕਲਯੁਗ ਦੇ ਸ਼ੂਦਰਾਂ ਦਾ ਰਾਜ, ਤੇ ਕਲਕੀ ਅਵਤਾਰ ਹੋਵੇਗਾ। ਨੇਹ ਕਲੰਕ ਬੱਜੂ ਡੰਗ ਚੜੂ ਦਲ ਰਵਿੰਦ ਜੀਓ, ਨੇਹ ਕਲੰਕ ਬੱਜੀ ਡੰਗ ਚੜੂ ਦਲ ਰਵਿੰਦ ਜੀਓ, ਐਸੇ ਅੱਖਰ ਲਿਖੇ ਮਹਾਰਾਜ ਵੀ ਆਏ। 10ਵੇਂ ਗ੍ਰੰਥ ਦੇ ਵਿੱਚ ਮਹਾਰਾਜ ਨੇ ਬਹੁਤ ਵੇਰਵੇ ਨਾਲ ਲਿਖਿਆ। ਭਾਗ ਪਿਆ ਹਰ ਸੰਭਲ ਕੇ ਹਰਜੂ ਹਰ ਮੰਦਰ ਆਵਹਿੰਗੇ, ਇਹ ਸ਼ਬਦ ਤੇ ਟੇਕ ਰੱਖੀ ਹੈ। ਤੇ ਅਥਰਵਣ ਵੇਦ ਹੈ। ਇਉਂ ਫਿਰ ਜੁਗ ਜੁਗ ਵੇਦਾਂ ਨਾਲੇ, ਚਾਰੇ ਯੁੱਗਾਂ ਦੇ ਵੇਦਾਂ ਤੇ ਮਹਾਤਮਾ ਦੇ ਨਾਲ 4 ਅਵਤਾਰ ਇਹ ਵੀ ਗਾਉਂਦੇ ਹਨ ਜੀ। ਗਾਵਨ ਤੁਧਨੋ ਮੋਹਣੀਆ ਮਨ ਮੋਹਨ। ਇਹ ਪਰਮੇਸ਼ਰ ਪੁਰਖਾਂ ਦੇ ਮਨ ਨੂੰ, ਹਿਰਦੇ ਨੂੰ ਮੋਹਨ, ਮੋਹ ਲੈਣ ਵਾਲੀਆਂ ਮੋਹਣੀਆਂ ਇਸਤਰੀਆਂ ਜਿਨ੍ਹਾਂ ਨੂੰ ਸੁੰਦਰਤਾ ਦਿੱਤੀ ਹੈ, ਤੁਧ ਨੂੰ ਤੈਨੂੰ ਗਾਵਨ ਗਾਉਂਦੀਆਂ ਨੇ। ਕਿੱਥੋਂ ਕਿੱਥੇ ਦੀਆਂ? ਉਹਦੇ ਚ ਦੱਸਦੇ ਨੇ ਅੱਗੇ, ਸੁਰਗ ਸੁਰਗ ਮੱਛ ਪਾਇਆਲੇ। ਸੁਰਗ ਸਵਰਗ ਦੀਆਂ ਪਛਣਾ, ਮੱਛ
ਮਾਤ ਲੋਕ ਦੀਆਂ ਚਿਤਰਣੀ ਪਦਮਣੀ ਸੰਖਣੀ ਆਦ ਪਿਆਲੇ ਪਤਾਲ ਲੋਕ ਦੀਆਂ ਨਾਕਨੀਆਂ ਇਤਿਆਦ ਕੇ ਤੇਰੇ ਜਸ ਨੂੰ ਗਾਉਂਦੀਆਂ ਹਨ। ਗਾਵਨ ਤੁਧਨੋ ਰਤਨ ਉਪਾਏ ਤੇਰੇ ਜੇਤੇ। ਹਾਂ, ਇਹਦਾ ਵਿਸਰਾਮ ਪਾਈ ਜੇਤੇ ਤੇ ਹੈ, ਇਹਦਾ ਆਪਣਾ ਧਿਆਨ ਰੱਖਣਾ ਹੈ। हे ਮਹਾਰਾਜ, ਜੇਤੇ ਜਿਤਨੇ ਵੀ ਤੇਰੇ ਅਰਥੇ ਜੇਤੇ ਤੂੰ ਹੈ, ਜਿਤਨੇ ਵੀ ਤੇਰੇ ਤੁਹਾਡੇ ਉਪਾਏ ਪੈਦਾ ਕੀਤੇ ਹੋਏ ਰਤਨ, 14 ਰਤਨ ਤੈਂ ਸ਼੍ਰੀਮਨ ਰੰਭਾ ਬਾਰਨੀ ਸੰਖ ਅਮੀ ਗਜ ਰਾਜ, ਤੇ ਇਸ ਤਿਆਦ ਕਿ ਇਹ ਇਹਨਾਂ ਦੇ ਨਾਮ ਨੇ। ਇਹ 14 ਰਤਨ ਨਿਕਾਲਿਆਨ ਮਾਰਨ ਕੇ ਦੇਖ ਤੈਨ ਸਸੀ ਕਲਪਤਰ ਧਨਕ ਧਨੰਤਰ ਬਾਜ ਲਿਖਿਆ। ਇਹ ਜਿਹੜੇ ਇਹ ਆਪਣੇ ਜੋਹਰ ਦਿਖਾਉਂਦੇ ਵੀ ਹਾਂ ਸਾਨੂੰ ਕੋਈ ਪੈਦਾ ਕਰਨ ਵਾਲਾ ਹੈ, ਇਹਨਾਂ ਦਾ ਜਲਵਾ ਹੀ ਇਹਨਾਂ ਦਾ ਦਿਖਾ ਰਹੇ, ਜਿਹੜੇ ਇਹ ਵੀ ਮਨੋਂ ਗਾ ਰਹੇ ਹਨ, ਜੋਹਰ ਦਿਖਾ ਰਹੇ ਕਿ ਸਾਨੂੰ ਪੈਦਾ ਕਰਨ ਵਾਲਾ ਹੈ ਕੋਈ। ਹੋਰ ਅੱਗੇ ਤੀਰਥ ਜਿਹੜੇ ਨੇ ਉਹ ਵੀ ਗਾ ਰਹੇ ਨੇ, 68 ਤੀਰਥ ਨਾਲੇ, ਤੇ 68 ਤੀਰਥ, ਤੇ ਉਹਨਾਂ ਦੇ ਨਾਲੇ ਨਾਲ ਬਸਣ ਵਾਲੇ ਕੌਣ? ਸਾਧੂ ਮਹਾਤਮਾ। ਉਹ ਮਹਾਰਾਜ ਉਹ ਵੀ ਤੁਹਾਨੂੰ ਗਾ ਰਹੇ ਨੇ। ਤੁਹਾਡੇ ਜਸ ਤੁਧ ਨੂੰ, ਤੁਹਾਡੇ ਜਸ ਨੂੰ ਮਨ ਗਾਵਨ ਗਾਉਂਦੇ ਹਨ। ਬੇਅੰਤਨ ਰਤਨੋਂ ਪਾਏ, ਕਈ ਜਿਨ੍ਹਾਂ ਨੂੰ ਰਤਨਾਂ ਦੇ ਖਿਤਾਬ ਮਿਲੇ ਹੋਏ ਨੇ, ਅਵਾਰਡ ਮਿਲੇ ਹੋਏ ਆ ਰਤਨ, ਤੇ ਉਹ ਵੀ ਤੁਹਾਡਾ ਜਸ ਗਾ ਰਹੇ। ਰਤਨਾਂ ਵਰਗੇ ਜਿਹਨਾਂ ਵੈਰਾਗ ਰੂਪੀ ਰਤਨ ਜਿਨ੍ਹਾਂ ਦੇ ਕੋਲ ਹੈ ਉਹ ਵੀ ਤੁਹਾਨੂੰ ਗਾ ਰਹੇ। 9 ਪ੍ਰਕਾਰ ਦਾ ਵੈਰਾਗ ਹੈ। ਯਤਮਾਨ ਏਕ ਇੰਦਰੀ ਬਸੀਕਰਨ, ਤੀਬਰ ਵੈਰਾਗ ਤਰ ਤੀਬਰ ਵੈਰਾਗ ਤਰ ਤੀਬਰ ਤਰ ਤਮ ਵੈਰਾਗ, ਮੰਦ ਵੈਰਾਗ, ਕਾਰਨ ਵੈਰਾਗ, ਇਹ 9 ਵੈਰਾਗ ਹੈ। ਉਹ ਵੀ ਇਹ ਰਤਨ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ। ਇਹ ਵੀ ਗਾ ਰਹੇ ਹਨ। ਗਾਵਨ ਤੁਧਨੋ ਜੋਧ ਮਹਾਵਲ ਸੂਰਾ। हे ਮਹਾਰਾਜ, ਤੁਧਨੋ ਤੁਹਾਨੂੰ ਜੋਧ ਰਥੀ, ਜਿਹੜਾ 100 ਦੇ ਨਾਲ ਜਾਂ 1000 ਦਾ ਮੁਕਾਬਲਾ ਕਰਦਾ ਹੈ, ਇਸ ਤੋਂ ਅੱਗੇ ਫਿਰ ਉਹਨੂੰ ਸਹਾਇਤਾ ਦੀ ਲੋੜ ਪੈ ਜਾਂਦੀ ਹੈ। ਮਹਾਬਲੀ ਕੌਣ ਹੈ? ਮਹਾਬਲ, ਇਹ ਮਹਾਬਲੀ ਦਾ ਅਰਥ ਹੈ, ਮਹਾਰਥੀ ਦਾ ਅਰਥ ਹੈ। ਮਹਾਬਲ ਮਹਾਰਥੀ 10,000 ਦਾ ਮੁਕਾਬਲਾ ਇਕੱਲੇ ਹੀ ਕਰ ਸਕਦਾ ਹੈ। ਇਸ ਤੋਂ ਉੱਪਰ ਜੇ ਦੁਸ਼ਮਣ ਹੋਵੇ ਉਹਨੂੰ ਵੀ ਸਹਾਇਤਾ ਦੀ ਲੋੜ ਹੈ। ਸੂਰਾ ਅਤਰਥੀ, ਅਣਗਿਣਤ ਫੌਜ ਨਾਲ ਇਕੱਲੇ ਹੀ ਮੁਕਾਬਲਾ ਕਰ ਸਕਦਾ ਹੈ, ਉਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਰਤਵ ਕਰਕੇ ਦਿਖਾਇਆ ਫਿਰ 10ਵੇਂ ਜਾਮੇ 'ਚ। ਇਸ ਕਰਕੇ ਇਹ ਤੁਹਾਨੂੰ ਸਾਰੇ ਗਾਉਂਦੇ ਆ ਮਹਾਰਾਜ, ਕਿਉਂ? ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਗਰ ਗੁਰਾਇਆ। ਇਹ ਸਾਰੇ ਤੇਰੇ ਕੋਲੋਂ ਹੀ ਬਲ ਹੈ। ਤੇਰਾ ਜਿਹਦੇ ਕੋਲੋਂ ਜੋ ਚੀਜ਼ ਲਈਦੀ ਉਹਦਾ ਜਸ ਤਾਂ ਫਿਰ ਕਰੀਦਾ ਹੀ। ਇਸ ਪ੍ਰਕਾਰ ਇਹ ਤੁਹਾਨੂੰ ਗਾ ਰਹੇ ਹਨ। ਅੰਤਰੀ ਭਾਵ ਦੇ ਵਿੱਚ ਫਿਰ ਬੋਲੋ ਜੀ, ਇਹੀ ਤੁਕਾਂ। ਗਾਵਨ ਤੁਧਨੋ ਜੋਧ ਮਹਾਵਲ ਸੂਰਾ। ਜੋਧਾ ਉਹ ਹੈ ਜਿਹੜਾ ਗੁਰੂ ਵਾਲਾ ਬਣ ਕੇ ਆਪਣੇ ਸਰੀਰ ਨੂੰ ਪਰਾਏ ਸਰੀਰ ਦੇ ਨਾਲ ਸਪਰਸ਼ ਨਾ ਹੋਣ ਦੇਵੇ, ਮੰਦੀ ਬਾਸ਼ਨਾ ਦੁਆਰਾ ਵਜਰ ਕਰਹਿ ਤੋਂ ਬਚਿਆ ਰਹੇ। ਸਰੀਰ ਸਾਂਭ ਕੇ ਰੱਖਿਆ ਪਰ ਮਨ ਨਹੀਂ ਸਾਂਭ ਹੋਇਆ, ਉਹ ਫਿਰ ਜੋਧਾ ਹੈ। ਇਸ ਤੋਂ ਅੱਗੇ ਫਿਰ ਮਹਾਬਲੀ ਉਹ ਹੈ ਜਿਹੜੇ 10 ਇੰਦਰੀਆਂ ਤੇ ਕਾਬੂ ਪਾ ਜਾਵੇ, ਅੱਖਾਂ ਨੂੰ ਬੁਰੇ ਪਾਸੇ ਨਾ ਜਾਣ ਦੇਵੇ, ਕੰਨਾਂ 'ਚ ਨਿੰਦਿਆ ਨਾ ਪੈਣ ਦੇਵੇ, ਇਤਿਆਦਿਕ। ਸੂਰਮਾ ਉਹ ਹੈ ਜਿਹੜਾ ਮਨ ਦੇ ਅਨੰਤ ਫੁਰਨਿਆਂ ਤੇ ਕਾਬੂ ਪਾ ਲਵੇ, ਕੇਵਲ ਵਾਹਿਗੁਰੂ ਮੰਤਰ ਹੀ ਰਹਿ ਜਾਵੇ, ਸਾਰੇ ਫੁਰਨੇ ਖਤਮ ਹੋ ਜਾਣ। ਤੇ ਇਸ ਕਰਕੇ ਉਹ ਫਿਰ ਸੰਕਲਪਾਂ ਤੇ ਫਤਿਹ ਪਾ ਲਿਆ। ਤੇ ਸੂਰਾ ਤਿੱਥੈ ਜੋਧ ਮਹਾਬਲ ਸੂਰ, ਐਸਾ ਹੋ ਗਿਆ। ਜਾਂ ਫਿਰ ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਜੋਧਿਆਂ ਦੀ ਨਿਆਈ ਕੌਣ? ਜਿਹੜਾ ਸਰਵਣ ਕਰਦਾ ਹੈ। ਮਹਾਬਲੀਆਂ ਦੀ ਨਿਆਈ ਜਿਹੜਾ ਮੰਨਣ ਕਰਦਾ ਹੈ। ਸੂਰਮਿਆਂ ਦੀ ਨਿਆਈ ਜਿਹੜਾ ਨਿਧਿਆਸਨ ਕਰਦਾ ਹੈ। ਇਹ ਤੁਹਾਡੇ ਜਸ ਨੂੰ ਗਾਵਨ ਗਾਉਂਦੇ ਹਨ। ਹੇ ਵਾਹਿਗੁਰੂ, ਤੁਹਾਨੂੰ ਹੋਰ ਵੀ ਬਹੁਤ ਸਾਰੇ ਗਾਉਂਦੇ ਨੇ। ਗਾਵਨ ਤੁਧਨੋ ਖਾਣੀ ਚਾਰੇ। ਤੇ ਮਹਾਰਾਜ ਤੁਧ ਨੂੰ ਤੁਹਾਡੇ ਤਾਈਂ ਚਾਰੇ ਖਾਣੀਆਂ ਦੇ ਜੀਵ ਵੀ ਧਿਆਉਂਦੇ ਨੇ। ਅੰਡਜ ਜੇਰਜ ਸੇਤਜ ਉਤਪਜ। ਅੰਡਜ ਅੰਡਿਆਂ ਤੋਂ ਜਾ ਪੈਦਾ ਹੋਣ ਵਾਲੇ ਗਰੜ, ਕਾਗ, ਵਸੁੰਡ, ਇਹ ਵੀ ਤਾਂ ਗਾ ਹੀ ਰਹੇ। ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ ਅਤੇ ਜੀਵ ਜੰਤ। ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ, ਜਿਵੇਂ ਹਨੂਮਾਨ ਦੇ ਮੁੜਕੇ ਤੋਂ ਪਸੀਨੇ ਦੇ ਵਿੱਚੋਂ ਪੈਦਾ, ਮਸ਼ੋਦਰ ਹੋਇਆ ਪੈਦਾ ਇਹਦਾ ਪੁੱਤਰ, ਉਹ ਮਸੀਨੇ ਤੋਂ ਪੈਦਾ, ਪਸੀਨੇ ਤੋਂ ਪੈਦਾ ਹੋਇਆ ਸੀ। ਇਸੇ ਤਰ੍ਹਾਂ ਸਾਸ ਜੀ ਗਣੇਸ਼ ਵੀ ਤਾਂ ਉਹ ਪਾਰਵਤੀ ਦੇ ਪਸੀਨੇ ਤੋਂ ਕਰਾਮਾਤ ਦੇ ਨਾਲ ਮੈਲ ਲਾ ਕੇ ਬਣਾਇਆ ਸੀ। ਇਹ ਵੀ ਤੁਹਾਨੂੰ ਗਾ ਰਹੇ। ਤੇ ਉਤਪਜ ਤੋਂ
ਭਾਵ ਹੈ ਜਿਵੇਂ ਕਲਪ ਬਿਰਸ਼ ਆਦ ਮਦਾਰ ਵਿਸ਼ ਹੈ, ਇਹ ਸਾਰੇ ਜਿਹੜੇ ਜੀਵ ਤੁਹਾਨੂੰ ਮਹਾਰਾਜ ਗਾਉਂਦੇ ਨੇ। ਤੇ ਕਲਪ ਵਿਸ਼ ਬਿਰਸ਼ ਆਦ, ਤੇ ਇਸ ਕਰਕੇ ਪਾਰਜਾਤ ਹੈ, ਕਲਪ ਬਿਰਸ਼ ਹੈ, ਇਹ ਸਾਰੇ ਇਹ ਬਿਰਸ਼ਾਂ ਦੇ ਵਿੱਚੋਂ ਇਹ ਤੁਹਾਨੂੰ ਇਉਂ ਸਾਰੇ ਧਿਆਉਂਦੇ ਹਨ ਚਾਰੇ ਖਾਣੀਆਂ ਵੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਹੇ ਮਹਾਰਾਜ ਤੁਹਾਨੂੰ ਖੰਡ 9 ਖੰਡ ਜਿਹੜੇ ਨੇ 9 ਖੰਡਾਂ ਦੇ ਜੀਵ, ਖੰਡ ਮੰਡਲ ਬ੍ਰਹਮੰਡਾ, ਖੰਡ 9 ਖੰਡਾਂ ਤੇ ਮੰਡਲ ਜਿਹੜਾ 400 ਕੋਹ ਦਾ ਮੰਨਿਆ, ਜਿੱਥੇ ਤੱਕ ਧਰਤੀ ਨੂੰ ਅਸਮਾਨ ਲੱਗਿਆ ਦਿਸਦਾ ਹੈ। ਮੰਡਲਾ ਦੇਸ਼ਾਂ ਦੇ ਜਾਂ ਫਿਰ ਬ੍ਰਹਮੰਡਾਂ ਦੇ ਸਾਰੇ ਜੀਵ ਗਾਵਨ ਗਾ ਰਹੇ ਹਨ। ਇਹ ਸਾਰੇ ਗਾ ਰਹੇ ਮਹਾਰਾਜ ਤੁਹਾਨੂੰ, ਇਸ ਕਰਕੇ ਕਰ ਕਰ ਰੱਖੇ ਤੇਰੇ ਧਾਰੇ। ਤੇਰੇ ਤੁਹਾਡੇ ਹੀ ਪੈਦਾ ਕਰ ਕਰਕੇ ਅਤੇ ਪਾਲਣਾ ਕਰ ਕਰਕੇ ਰੱਖੇ ਹੋਏ ਨੇ। ਪਹਿਲਾਂ ਪੈਦਾ ਕਰ ਕੀਤੇ, ਫਿਰ ਪਾਲਣਾ ਕਰ ਕਰਕੇ ਰੱਖੇ ਹੋਏ ਨੇ, ਟਕਾ ਕੇ ਰੱਖੇ ਨੇ, ਤੇ ਉਹਨਾਂ ਨੂੰ ਤੇ ਤੁਹਾਡਾ ਹੀ ਧਾਰੇ ਕਹੀਏ ਆਸਰਾ ਹੈ ਮਹਾਰਾਜ, ਤੁਹਾਡੇ ਆਸਰੇ ਹਨ। ਸੇ ਤੁਧਨੋ ਗਾਵਨ ਜੋ ਤੁਧ ਭਾਵਨ। ਇਹ ਮਹਾਰਾਜ ਸੇ ਉਹੀ ਤੁਧ ਨੂੰ, ਤੁਹਾਡੇ ਜਸ ਨੂੰ, ਤੁਹਾਡੇ ਜਸ ਤਾਈਂ ਗਾਵਨ ਗਾਉਂਦੇ ਹਨ। ਕੌਣ? ਜੋ ਤੁਧ ਭਾਵਨ, ਜਿਹੜੇ ਤੁਧ ਤੁਹਾਨੂੰ ਭਾਵਨ ਭਾ ਗਏ, ਚੰਗੇ ਲਗੇ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਤੇ ਇਸ ਕਰਕੇ ਮਹਾਰਾਜ ਜਿਹੜੇ ਤੁਧ ਤੁਹਾਨੂੰ ਭਾਵਨ ਭਾ ਜਾਂਦੇ ਨੇ, ਜੋ ਆਪ ਜੀ ਦੇ ਵਿੱਚ ਭਾਵਨ ਸ਼ਰਧਾ ਰੱਖਦੇ ਨੇ, ਭਾਵਨਾ ਰੱਖਦੇ ਨੇ, ਤੇ ਇਸ ਕਰਕੇ ਉਹਨਾਂ ਨੂੰ ਹੀ ਰਤੇ ਤੇਰੇ ਭਗਤ ਰਸਾਲੇ। ਉਹਨਾਂ ਨੂੰ ਇਹ ਭਗਤ ਕਿਹਾ ਜਾ ਸਕਦਾ ਹੈ। ਤੇ ਤੇਰੇ ਤੁਹਾਡੇ ਭਗਤ ਜਨ ਤੇਰੇ ਰੰਗ ਵਿੱਚ ਰੰਗੇ ਰਹਿੰਦੇ ਰਹਿੰਦੇ, ਰਸਾਂ ਦਾ ਘਰ ਹੀ ਬਣ ਗਏ ਨੇ। ਨਾਮ ਰਸੀਏ ਜਿਨ੍ਹਾਂ ਨੂੰ ਕਹਿੰਦੇ ਆ, ਨਾਮ ਦੇ ਵਿੱਚ ਭਿੱਜੇ ਰਹਿੰਦੇ ਨੇ, ਹਰ ਵੇਲੇ ਬੰਦਗੀ ਕਰਦੇ ਰਹਿੰਦੇ ਹਨ। ਹੋਰ ਕਿਤ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ। ਹੋਰ ਤੇ ਭਾਵ ਕੀ ਹੈ, ਹੋਰ ਪੀ ਕੇਤੇ ਕਿਤਨੇ ਹੀ ਤੁਹਾਨੂੰ ਤੁਹਾਡੇ ਜਸ ਨੂੰ ਗਾਵਨ ਗਾ ਰਹੇ ਨੇ। ਸੇ ਉਹ ਮੈਂ ਚਿਤ, ਚੇਤੇ ਵਿੱਚ ਨਾ ਨਹੀਂ ਆਵਨ ਆਉਂਦੇ। ਚੇਤੇ ਕਰਕੇ ਲੈਣਾ ਵੀ ਕੀ ਆ, ਮਹਾਰਾਜ ਕਹਿੰਦੇ ਗਾ ਰਹੇ ਨੇ ਸਾਰੇ, ਸਾਰੀ ਦੁਨੀਆ ਗਾ ਰਹੀ ਹੈ। ਸੇ ਮੈਂ ਚਿਤ ਨ ਆਵਨ, ਉਹ ਮੇਰੇ ਚੇਤੇ ਨਹੀਂ ਆਏ, ਜਿੰਨੇ ਕਿ ਆਏ ਮੈਂ ਕਹਿ ਦਿੱਤੇ ਮਹਾਰਾਜ। ਨਾਨਕ ਕਿਹਾ ਵਿਚਾਰੇ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦਾ ਕਿਆ ਵਿਚਾਰੇ, ਕੀ ਵਿਚਾਰ ਕਰੀਏ। ਭਾਵ ਕੀ ਵਿਚਾਰ ਕਰਨੀ ਬਣਦੀ ਨਹੀਂ ਹੈ, ਗਾ ਹੀ ਰਹੇ ਨੇ ਸਾਰੇ, ਉਹਦੇ ਰੰਗਾਂ 'ਚ ਰੰਗੇ ਹੋਏ ਨੇ। ਹੈ ਮਹਾਰਾਜ ਸੋਈ ਸੋਈ ਸਦਾ ਸੱਚ ਸਾਹਿਬ। ਸੋਈ ਉਹ ਪ੍ਰਭੂ ਸਦਾ ਹਮੇਸ਼ਾ ਹੀ, ਸੋਈ ਸੋਭਨੀਕ ਸੱਚ ਸੱਚਾ ਸਾਹਿਬ ਮਾਲਕ ਹੈ, ਸਾਰਿਆਂ ਦਾ ਮਾਇਆ ਬਿਰਤੀ ਦੁਆਰਾ ਮਾਲਕ ਹੀ ਹੈ। ਸਾਚਾ ਸਾਹਿਬ ਸੱਚ ਨਾਏ, ਉਹ ਪਰਮੇਸ਼ਰ ਹਮੇਸ਼ਾ ਰਹਿਣ ਵਾਲਾ ਹੈ। ਉਹ ਸੱਚਾ ਸਾਹਿਬ ਪਿੱਛੇ ਵੀ ਸੀ ਤੇ ਉਹ ਸੱਚਾ ਸਾਹਿਬ ਹੁਣ ਵੀ ਹੈ, ਉਹ ਸੱਚਾ ਸਾਹਿਬ ਅੱਗੇ ਨੂੰ ਵੀ ਹੋਏਗਾ। ਐਸਾ ਜਿਹੜਾ ਵਾਹਿਗੁਰੂ ਹੈ ਸਾਚਾ ਸਾਚੀ ਨਾਈ। ਉਹ ਸੱਚਾ ਪਰਮੇਸ਼ਰ, ਉਹਦੀਆਂ ਨਾਈ ਮਹਿਮਾ ਸਿਫਤਾਂ ਵੀ ਸੱਚੀਆਂ ਨੇ ਤਿੰਨਾਂ ਕਾਲਾਂ ਦੇ ਵਿੱਚ। ਪਿੱਛੇ ਸੱਚਾ ਸਾਹਿਬ ਸੀ, ਹੁਣ ਸੱਚਾ ਸਾਹਿਬ ਹੈ, ਅੱਗੇ ਨੂੰ ਸੱਚਾ ਸਾਹਿਬ ਹੋਏਗਾ। ਉਹਦੀਆਂ ਸੱਚੀਆਂ ਸਿਫਤਾਂ, ਉਹਦੀਆਂ ਸਿਫਤਾਂ ਕਰਨੀਆਂ ਬਣਦੀਆਂ ਹਨ। ਹੈ ਪੀ ਹੋਸੀ ਜਾਏ ਰਾਹ ਜਾਸੀ। ਐਸਾ ਜੋ ਪਰਮੇਸ਼ਰ ਹੈ, ਉਹ ਪਰਮੇਸ਼ਰ ਹੈ, ਯਾਨੀ ਹੁਣ ਵਰਤਮਾਨ ਸਮੇਂ ਵਿੱਚ ਇਹਦੇ ਵਿੱਚ ਵੀ ਉਹ ਹੈਗਾ ਹੈ। ਭੀ ਹੈ ਜਿਹੜਾ ਬਹੁੜੋ ਪਿੱਛੋਂ ਵੀ, ਜਦੋਂ ਇਹ ਸਮਾਂ ਲੰਘ ਗਿਆ, ਹੋਸੀ ਅੱਗੇ ਨੂੰ ਵੀ ਹੋਏਗਾ। ਹੈ ਹੁਣ, ਭੀ ਬਹੁੜੋ ਪਿੱਛੋਂ ਵੀ ਸੀ, ਪਿੱਛੇ ਵੀ ਸੀ, ਉਹ ਹੋਸੀ ਅੱਗੇ ਨੂੰ ਵੀ ਹੋਏਗਾ, ਭਵਿੱਖ ਦੇ ਵਿੱਚ ਵੀ ਹੋਏਗਾ। ਸੋ ਇਸ ਕਰਕੇ ਐਸਾ ਪਰਮੇਸ਼ਰ, ਚਲੋ ਜੀ, ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਉਹ ਪਰਮੇਸ਼ਰ ਹੈ ਹੁਣ ਵਰਤਮਾਨ ਸਮੇਂ ਦੇ ਵਿੱਚ। ਭੀ ਬਹੁੜੋ ਪਿੱਛੇ ਵੀ ਸੀ, ਉਹ ਹੋਸੀ ਅੱਗੇ ਨੂੰ ਵੀ ਭਵਿੱਖ ਕਾਲ ਵਿੱਚ ਹੋਏਗਾ। ਐਸਾ ਜੋ ਪਰਮੇਸ਼ਰ, ਉਹ ਕਿਸੇ ਦਾ ਜਾਏ ਪੈਦਾ ਨਹੀਂ ਕੀਤਾ ਹੋਇਆ। ਜਾਏ ਜਾਨੀ ਉਹਨੂੰ ਜਨਮ ਨਹੀਂ ਦਿੱਤਾ ਕਿਸੇ ਨੇ, ਜਾਏ ਨਾ ਕਿਸੇ ਨੇ ਨਹੀਂ ਪੈਦਾ ਕੀਤਾ। ਅਤੇ ਇਹ ਨਾ ਹੀ ਮਰ ਕੇ ਕਿਤੇ ਜਾਸੀ ਜਾਵੇਗਾ।
ਐਸਾ ਜੋ ਪਰਮੇਸ਼ਰ ਹੈ। ਤੇ ਬੇਬੇ ਨਾਨਕੀ ਨੇ ਪੁੱਛਿਆ ਸੀ ਜੀ ਉਹ ਕੌਣ ਹੈ, ਕੀ ਹੈ, ਉਹਦੇ ਬਾਰੇ ਫਿਰ ਉੱਤਰ ਦਿੰਦੇ ਨੇ। ਕਹਿੰਦੇ ਹੇ ਭੈਣ ਜੀ, ਜਿਸ ਵਾਹਿਗੁਰੂ ਨੇ ਰਚਨਾ ਰਚਾਈ ਹੈ ਨਾ, ਇਹ ਰਚਨਾ ਰਚੀ ਹੈ, ਉਹ ਰਚਨਾ ਤਾਂ ਜ਼ਰੂਰ ਇਹਦੇ ਅਨਵੇਂ ਰੀਤ ਅਨੁਸਾਰ ਹੈ। ਜਿਹੜੀ ਰਚਨਾ ਹੈ ਤੇ ਰਚਨਾ ਜਾਸੀ, ਇਹ ਰਚਨਾ ਜਿਹੜੀ ਚਲੀ ਜਾਏਗੀ ਇੱਕ ਦਿਨ। ਜਿਨ ਰਚਾਈ ਨਾ ਜਾਸੀ, ਇਹ ਅਨਵੇਂ ਰੀਤ ਹੈ। ਜਿਹਨੇ ਰਚਾਈ ਹੈ ਨਾ ਜਾਸੀ, ਉਹ ਨਹੀਂ ਜਾਏਗਾ ਕਦੇ ਵੀ, ਕਦਾਚਿਤ ਨਹੀਂ ਜਾਏਗਾ। ਫਿਰ ਭੈਣ ਨਾਨਕੀ ਨੇ ਕਿਹਾ ਸਤਿਗੁਰੂ ਜੀ ਇਹ ਰਚਨਾ ਕਿਹੋ ਜੀ ਹੈ, ਹੁਣ ਰਚਨਾ ਬਾਰੇ ਦੱਸੋ। ਉਹਦੇ ਉੱਤਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਅੱਗੇ ਫਿਰ ਰੰਗੀ ਰੰਗੀ ਭਾਤੀ ਜਿਨਸੀ। ਤੇ ਮਹਾਰਾਜ ਕਹਿੰਦੇ ਰੰਗੀ ਰੰਗੀ, ਰੰਗਾਂ ਰੰਗਾਂ ਦੀ, ਤੇ ਭਾਤੀ ਤਰ੍ਹਾਂ ਤਰ੍ਹਾਂ ਦੀ, ਜਿਨਸੀ ਜਿਨਸਾ, ਜਿਵੇਂ ਹਾਥੀ, ਘੋੜੇ, ਊਠ, ਮੱਝਾਂ, ਬੱਕਰੀਆਂ, ਕਿੰਨੀ ਕੁ ਗਿਣਤੀ ਕੀਤੀ ਜਾਵੇ, ਇਹ ਜਿਨਸਾਂ ਪੈਦਾ ਕੀਤੀਆਂ। ਇਹ ਰਚਨਾ ਹੈ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ। ਇਹ ਰਚਨਾ ਸ੍ਰਿਸ਼ਟੀ ਹੈ। ਇਹ ਉਸ ਪਰਮੇਸ਼ਰ ਰੰਗੀ ਰੰਗੀ ਭਾਤੀ, ਇਹ ਜਿਹੜੀ ਜਿਨਸਾਂ ਪੈਦਾ ਕੀਤੀਆਂ, ਰੰਗੀ ਰੰਗੀ ਭਾਤੀ ਜਿਨਸੀ। ਇੱਕ ਇੱਕ ਪੰਛੀ ਦੇ ਕਈ ਕਈ ਰੰਗ ਦੇਖੇ ਜਾਂਦੇ ਨੇ। ਪੰਛੀ ਇੱਕ ਹੈ ਤੇ ਰੰਗ ਕਈ ਨੇ, ਉਹਦੇ 'ਚ ਲਾਲ ਰੰਗ ਵੀ ਹੈ, ਹਰਾ ਰੰਗ। ਤੋਤੇ ਦੇ ਦੇਖਦੇ, ਚੁੰਝਾਂ ਦੇਖੋ, ਗਰਦਨ ਦੇਖੋ ਉਹਨਾਂ ਦੀ, ਕਬੂਤਰਾਂ ਦੀਆਂ ਦੇਖੋ। ਇਹ ਰਚਨਾ ਹੈ ਉਹਦੀ। ਘਾੜਤ ਤਿਸਕੀ ਅਪਰਪਾਰ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਮਾਇਆ ਮਾਇਆ ਜਿਨ ਉਪਾਈ। ਇਹ ਰਚਨਾ ਪੈਦਾ ਕਿਵੇਂ ਕੀਤੀ ਹੈ ਉਪਾਈ? ਇਹ ਰਚਨਾ ਸ੍ਰਿਸ਼ਟੀ ਨੂੰ ਮਾਇਆ ਦੁਆਰਾ, ਜਿਨ ਪਰਮੇਸ਼ਰ ਨੇ ਉਪਾਈ ਪੈਦਾ ਕੀਤਾ ਹੈ। ਆਪਣੀ ਮਾਇਆ ਆਪ ਪਸਾਰੇ। ਆਪਣੀ ਮਾਇਆ ਦਾ ਫਲਾ ਆਪ ਹੀ ਕੀਤਾ ਹੋਇਆ ਹੈ, ਮਾਇਆ ਉਹਦੇ ਅਧੀਨ ਹੈ। ਵਿਦਾਂਤੀ ਭਾਵੇਂ ਇਹ ਗੱਲ ਕਹਿੰਦੇ ਆ ਵੀ ਅਨਰਵਚਨੀ ਔਰ ਅਨਾਦੀ ਹੈ, ਪਰ ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਹੈ ਵੀ ਇਹ ਪਰਮਾਤਮਾ ਨੇ ਆਪਣੀ ਮਾਇਆ ਆਪ ਪੈਦਾ ਕੀਤੀ ਹੈ। ਉਹ ਇਕੱਲਾ ਹੀ ਸੀ, ਮਾਇਆ ਉਹਦੀ ਸ਼ਕਤੀ ਹੈ। ਸਾਡੇ ਸਰੀਰ ਦੀ ਸ਼ਕਤੀ ਸਾਡੇ ਸਰੀਰ ਤੋਂ ਬਾਹਰ ਨਹੀਂ ਤੁਰੀ ਫਿਰਦੀ, ਸਾਡੇ ਅਧੀਨ ਹੈ। ਜਿਸਮ ਦੀ ਤਾਕਤ ਸਾਡੇ ਆਪਣੇ ਵਸ ਦੇ ਵਿੱਚ ਹੈ। ਪਰਮਾਤਮਾ ਦੀ ਮਾਇਆ ਵੀ ਉਹਦੇ ਵਸ ਦੇ ਵਿੱਚ ਹੈ, ਇਹ ਉਹਦੀ ਸ਼ਕਤੀ ਹੈ। ਇਸ ਕਰਕੇ ਮਾਇਆ ਦੁਆਰਾ ਸ੍ਰਿਸ਼ਟੀ ਨੂੰ ਪੈਦਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇਹ ਮਾਇਆ ਦੀ ਖੇਡ ਹੈ। ਇਸ ਤਰ੍ਹਾਂ ਅੱਗੇ ਦੱਸਦੇ ਹਨ ਜੀ, ਕਰ ਕਰ ਦੇਖੈ ਕੀਤਾ ਆਪਣਾ। ਉਹ ਪਰਮੇਸ਼ਰ ਪੈਦਾ ਕਰ ਕਰਕੇ ਤੇ ਪਾਲਣਾ ਕਰ ਕਰਕੇ ਆਪਣਾ ਆਪਣੇ ਕੀਤੇ ਹੋਏ ਪਸਾਰੇ ਨੂੰ ਦੇਖਦਾ ਹੈ। ਖਸਮੇ ਨਜ਼ਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਉਹ ਦੇਖ ਰਿਹਾ ਹੈ ਤੇ ਜਿਵੇਂ ਜਿਵੇਂ ਹੀ ਜਿਉ ਤਿਸ ਦੀ ਵਡਿਆਈ। ਜਿਉਂ ਜਿਵੇਂ ਤਿਸ ਉਸ ਪਰਮੇਸ਼ਰ ਦੀ ਵਡਿਆਈ ਦਾ ਅਰਥ ਹੈ ਤੇ ਇੱਛਾ, ਜਿਵੇਂ ਉਹਦੀ ਇੱਛਾ ਹੈ ਉਵੇਂ ਕਰਦਾ ਹੈ। ਜੋ ਤਿਸ ਭਾਵੈ ਸੋਈ ਕਰਸੀ। ਜੋ ਉਹ ਜਿਹੜਾ ਉਸ ਪਰਮੇਸ਼ਰ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਸੋਈ ਕਰਸੀ, ਉਹੀ ਕਰਦਾ ਹੈ। ਉਹ ਕਿਸੇ ਦੀ ਰਾਏ ਨਾਲ ਨਹੀਂ ਚੱਲਦਾ। ਜੇ ਕੋਈ ਕਹੇ ਵੀ ਮੇਰੇ ਅਨੁਸਾਰ ਹੋਵੇ, ਹਰ ਇੱਕ ਜੀਵਾਂ ਨੂੰ ਤਾਂ ਚਾਹੁੰਦਾ ਵੀ ਮੇਰੇ ਅਧੀਨ ਹੋਣ, ਪਰ ਕਿਤੇ ਕਿਤੇ ਰੱਬ ਨੂੰ ਵੀ ਕਹਿੰਦਾ ਵੀ ਜੋ ਮੈਂ ਕਹਾਂ ਉਹ ਕਰੇ ਰੱਬ। ਇਉਂ ਨਹੀਂ ਗੱਲ ਬਣਦੀ, ਇਹਦੇ ਨਾਲ ਗੜਬੜ ਹੈ। ਫਿਰ ਕਲੇਸ਼ ਹੋਊਗਾ, ਰੱਬ ਨੇ ਇਉਂ ਕਿਉਂ ਨਹੀਂ ਕੀਤਾ, ਮੈਂ ਅਰਦਾਸ ਕੀਤੀ ਸੀ, ਮੇਰਾ ਆਹ ਕਿਉਂ ਨਹੀਂ ਕੀਤਾ। ਨਹੀਂ ਭਾਈ, ਉਹਨੂੰ ਸਮਰਪਿਤ ਹੋਣਾ ਭਗਤੀ ਹੈ। ਜੋ ਤੂੰ ਕਰੈ ਕਰਾਂ ਮੈਂ ਸੁਆਮੀ, ਸਾ ਮਸਲਤ ਪਰਵਾਨ। ਮੈਨੂੰ ਪਰਵਾਨ ਹੈ। ਜੋ ਤੁਧ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਕਰਕੇ ਜਿਵੇਂ ਉਹਦੀ ਇੱਛਾ ਹੈ ਉਹੀ ਕਰਦਾ, ਜੋ ਉਹਨੂੰ ਭਾਣਾ, ਜੋ ਉਹਨੂੰ ਚੰਗਾ ਲੱਗਦਾ ਹੈ। ਜੋ ਤੁਧ ਭਾਵੈ ਸੋਈ ਕਰਸੀ। ਫਿਰ ਜਦੋਂ ਜੋ ਉਹਨੂੰ ਪਾਉਂਦਾ ਉਹੀ ਕਰਦਾ ਹੈ, ਉਹੀ ਹੋਏਗਾ। ਫਿਰ ਜੀਵ ਐਵੇਂ ਆਪਣੀ ਜੀਵ ਦਾ ਰਸ ਹੀ ਵਿਗਾੜਦਾ ਨਾ। ਐਵੇਂ ਗੱਲਾਂ ਪ੍ਰਾਰਬਧ ਅਨੁਸਾਰ ਉਹਨੇ ਦਿੱਤਾ ਸਾਰਾ ਕੁਛ।
ਅੱਗੇ ਦੱਸਦੇ ਹਨ, ਫਿਰ ਹੁਕਮ ਨਾ ਕਰਨਾ ਜਾਈ। ਜਦੋਂ ਇਹ ਗੱਲ ਜਾਣ ਲਈ ਫਿਰ ਮੁੜ ਕੇ ਉਸ ਉੱਪਰ ਕਿਸੇ ਪ੍ਰਕਾਰ ਦਾ ਹੁਕਮ ਨਹੀਂ ਕਹਿਣਾ ਬਣਦਾ ਹੈ, ਨਹੀਂ ਕਿਹਾ ਜਾ ਸਕਦਾ। ਉਸ ਦੇ ਹੁਕਮ ਨੂੰ ਫਿਰ ਫੇਰਨਾ ਭਾਵ ਮੋੜਨਾ ਨਹੀਂ ਬਣਦਾ। ਦੂਜਾ ਅਰਥ ਇਹਦਾ ਹੈ, ਫਿਰ ਹੁਕਮ ਨਾ ਕਰਨਾ, ਫੇਰਿਆ ਨਹੀਂ ਜਾ ਸਕਦਾ। ਫਿਰ ਉਹਦਾ ਹੁਕਮ ਫੇਰਿਆ ਵੀ ਨਹੀਂ ਜਾਂਦਾ, ਅਟਲ ਹੈ ਉਸ ਦਾ ਹੁਕਮ। ਤੇ ਇਸ ਕਰਕੇ ਫਿਰ ਮੁੜ ਕੇ ਉਹਦੇ ਉੱਪਰ ਹੁਕਮ ਨਹੀਂ ਕੀਤਾ ਜਾ ਸਕਦਾ। ਦੋਨੇ ਅਰਥੇ ਬਣਦੇ ਨੇ, ਹੁਕਮ ਫੇਰਨਾ ਨਹੀਂ ਬਣਦਾ ਹੈ। ਸੋ ਪਾਤਸ਼ਾਹੋ ਸਾਹਪਤ ਸਾਹਿਬ। ਸੋ ਉਹ ਪਾਤਸ਼ਾਹੋ ਪਾਤਸ਼ਾਹ ਹੈ, ਪਰਮੇਸ਼ਰ ਪਰਮ ਈਸ਼ਵਰ ਹੈ। ਤੇ ਪਤ ਨਾਮ ਪਾਤ ਹੋਵੇ ਪਤ ਹੋਵੇ, ਕਿਉਂਕਿ ਤੇ ਅੱਖਰਾਂ ਦਾ ਭੇਦ ਹੈ ਨਾ। ਸੋ ਇਸ ਕਰਕੇ ਜਿਹੜਾ ਉਹ ਪਰਮੇਸ਼ਰ ਹੈ ਉਹ ਪਾਤ ਤਖਤ ਦਾ ਮਾਲਕ ਹੈ, ਤੇ ਸਾਹੋ ਦਾ ਅਰਥ ਹੈ ਮਾਲਕ, ਪਾਤ ਤਖਤ, ਤਖਤ ਦਾ ਮਾਲਕ। ਸੋ ਐਸਾ ਜੋ ਪਰਮੇਸ਼ਰ ਹੈ, ਸੋ ਪਾਤ ਸਾਹੋ ਸਾਹਾ ਪਤ ਸਾਹਿਬ। ਐਸਾ ਜਿਹੜਾ ਪਰਮੇਸ਼ਰ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹ ਪਤ ਤਖਤ ਦਾ ਮਾਲਕ ਹੈ। ਸਾਹਿਬ ਮਾਇਆ ਬਿਰਤੀ ਦੁਆਰਾ ਉਹ ਮਾਲਕ ਹੈ ਸਾਰਿਆਂ ਦਾ। ਨਾਨਕ ਰਹਿਣ ਰਜਾਈ। ਉਹਦੀ ਰਜਾ ਵਿੱਚ ਰਹਿਣਾ ਬਣਦਾ ਹੈ। ਉਹ ਪਰਮੇਸ਼ਰ ਸਾਹਾਂ ਤੇ ਪਾਤਸ਼ਾਹਾਂ ਦਾ ਮਾਲਕ ਹੈ। ਸੋ ਪਾਤਸ਼ਾਹੋ ਸਾਹ ਪਤ ਸਾਹਿਬ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਗੁਰੂ ਸਾਹਿਬ ਜੀ ਨੇ ਕਥਨ ਕੀਤਾ ਹੈ, ਕਥਨ ਕਰ ਰਹੇ ਨੇ ਕਿ ਸਾਨੂੰ ਉਸ ਦੀ ਰਜਾਈ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਦੀ ਆਗਿਆ ਵਿੱਚ ਰਹਿਣ ਕਰਕੇ ਕੀ ਹੁੰਦਾ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਆਗਿਆ ਵਿੱਚ ਰਹਿਣ ਕਰਕੇ ਹੈ। ਜਿਹੜਾ ਬੱਚਾ ਮਾਤਾ ਪਿਤਾ ਦੀ ਆਗਿਆ ਤੋਂ ਬਾਹਰ ਹੋ ਜਾਏ, ਉਹਦੇ ਤੇ ਪਰਮਾਤਮਾ ਦੀ ਕਰੋਪੀ ਕਿਉਂ ਹੋ ਜਾਂਦੀ ਹੈ? ਜੇ ਤਾਂ ਮਾਤਾ ਪਿਤਾ ਗਲਤ ਰਸਤੇ ਪਾਉਣ, ਜਿਵੇਂ ਪ੍ਰਹਲਾਦ ਨੂੰ ਹਰਨਾਕਸ਼ ਕਹਿੰਦਾ ਸੀ ਵੀ ਤੂੰ ਰਾਮ ਦਾ ਨਾਮ ਨਾ ਲੈ, ਉੱਥੇ ਮਾਤਾ ਪਿਤਾ ਦੇ ਬਾਗੀ ਹੋਣ ਦਾ ਅਧਿਕਾਰ ਹੈ, ਕਿਉਂਕਿ ਰੱਬ ਸਾਰਿਆਂ ਤੋਂ ਵੱਡਾ ਹੈ। ਜਿਹੜੇ ਮਾਤਾ ਪਿਤਾ ਦਾ ਨਿਰਾਦਰ ਕਰਦੇ ਹੈ, ਉਹ ਫਿਰ ਪਰਮਾਤਮਾ ਦੀ ਉਹਨਾਂ ਤੇ ਕਿਰਪਾ ਨਹੀਂ ਹੁੰਦੀ ਹੈ। ਆਗਿਆ ਵਿੱਚ ਰਹਿਣਾ ਬਣਦਾ ਹੈ। ਤੇ ਜਿਹੜਾ ਉਸਤਾਦ ਹੈ ਉਹ ਭਾਵੇਂ ਧਾਰਮਿਕ ਹੈ, ਅਧਿਆਪਕ, ਤੇ ਭਾਵੇਂ ਹੈ ਦੁਨਿਆਵੀ। ਪੜ੍ਹਨ ਵਾਲਾ ਤਾਂ ਕਾਮਯਾਬ ਹੋਏਗਾ ਜੋ ਉਹਦੀ ਆਗਿਆ ਵਿੱਚ ਰਹੇਗਾ। ਆਗਿਆ ਤੋਂ ਬਾਹਰ ਜਾਏਗਾ, ਪੜ੍ਹਾਈ 'ਚ ਕਾਮਯਾਬ ਨਹੀਂ ਹੋਏਗਾ। ਜਿਹੜਾ ਫੌਜੀ ਜਾਂ ਕੋਈ ਵੀ ਸਿਪਾਹੀ ਪੁਲਿਸ ਦੇ ਵਿੱਚ ਹੈ ਜਾਂ ਫੌਜ ਦੇ ਵਿੱਚ ਹੈ ਜਾਂ ਕਿਸੇ ਮਹਿਕਮੇ ਦੇ ਵਿੱਚ ਹੈ, ਜਿਹੜਾ ਉਸ ਦੇ ਨਿਯਮਾਂ ਅਨੁਸਾਰ ਉਹਦੀ ਆਗਿਆ ਵਿੱਚ ਰਹਿੰਦਾ ਸਰਕਾਰ ਦੀ, ਉਹਨੂੰ ਖੁਸ਼ੀਆਂ ਮਿਲਦੀਆਂ ਸਰਕਾਰ ਵੱਲੋਂ, ਇਨਾਮ ਮਿਲਦੇ ਨੇ ਵੀ ਤੂੰ ਠੀਕ ਹੈ, ਆਗਿਆ ਕਰਾਂ, ਲਾਇਕ ਸਿਪਾਹੀ ਹੈ। ਇਸ ਤਰ੍ਹਾਂ ਜਿਹੜਾ ਵਿਦਿਆਰਥੀ ਧਾਰਮਿਕ ਤੌਰ ਤੇ ਜਿਹੜਾ ਆਗਿਆ ਵਿੱਚ ਹੋਇਆ, ਉਹਦੇ ਪਰਮਾਤਮਾ ਦੀ ਪ੍ਰਸੰਨਤਾ ਹੋਏਗੀ। ਉਸਤਾਦ ਦਾ ਹੋ ਸਕਦਾ ਸੁਭਾਅ ਚੰਗਾ ਨਾ ਹੋਵੇ, ਲੇਕਿਨ ਵਿਦਿਆਰਥੀ ਦਾ ਧਰਮ ਜੋ ਹੈ ਉਹਨੂੰ ਪਾਲਣਾ ਕਰਨੀ ਪਏਗੀ ਉਸਦੀ। ਇਸੇ ਤਰ੍ਹਾਂ ਪਰਮਾਤਮਾ ਜੋ ਵੀ ਕੁਝ ਕਰਦਾ ਹੈ, ਭਗਤ ਉਹ ਹੋ ਸਕਦਾ ਹੈ ਜਿਹੜਾ ਉਹਦੀ ਆਗਿਆ ਦੇ ਵਿੱਚ ਚੱਲਦਾ। ਜਿਹੜਾ ਆਗਿਆ 'ਚ ਨਹੀਂ ਚੱਲਦਾ ਤੇ ਉਹ ਫਿਰ ਪਰਮਾਤਮਾ ਦਾ ਖੁਸ਼ੀਆਂ ਦਾ ਪਾਤਰ ਨਹੀਂ ਹੋ ਸਕਦਾ। ਉਹ ਬਾਦਸ਼ਾਹ ਦਾ ਆਉਂਦਾ ਨਹੀਂ ਪ੍ਰਸੰਗ, ਅਖੇ ਉਹ ਬਾਦਸ਼ਾਹ ਦੀ ਸ਼ਿਕਾਰ ਗਏ ਦੀ ਉਹਦਾ ਉਂਗਲ ਕੱਟੀ ਗਈ ਤੇ ਵਜ਼ੀਰ ਨੂੰ ਕਹਿੰਦਾ, ਵਜ਼ੀਰ ਮੇਰੀ ਉਂਗਲ ਕੱਟੀ। ਕਹਿੰਦੇ ਜੀ ਭਲਾ ਹੋਇਆ, ਪਰਮਾਤਮਾ ਨੇ ਠੀਕ ਹੀ ਕੀਤਾ। ਹੁਣ ਸ਼ਰੀਕਾਂ ਨੂੰ ਮਿਲ ਗਿਆ ਮੌਕਾ, ਕਹਿੰਦੇ ਲਓ ਬਾਦਸ਼ਾਹ ਕੱਲ ਨੂੰ ਤੇਰਾ ਸਿਰ ਵੱਢ ਦੂਗਾ ਦੁਸ਼ਮਣ, ਇਹ ਕਹੂਗਾ ਵੀ ਚੰਗਾ ਹੀ ਹੋਇਆ। ਇਹ ਤਾਂ ਤੇਰੀ ਸੁੱਖ ਨਹੀਂ ਮਨਾਉਂਦਾ। ਉਹ ਕਹਿੰਦਾ ਵਜ਼ੀਰ ਤੈਨੂੰ ਬਰਖਾਸਤ ਕੀਤਾ ਜਾਂਦਾ ਹੈ। ਮੇਰਾ ਅੰਗ ਭੰਗ ਹੋ ਗਿਆ, ਤੂੰ ਕਿਹਾ? ਕਹਿੰਦਾ ਜੀ ਇਹ ਉਦੋਂ ਵੀ ਭਲਾ ਕਰਤਾ ਰੱਬ ਨੇ। ਬਾਦਸ਼ਾਹ ਸੋਚਣ ਲੱਗਿਆ ਵੀ ਮੈਂ ਇਹਨੂੰ ਨੌਕਰੀ ਤੇ ਹਟਾਤਾ, ਕਹਿੰਦਾ ਉਦੋਂ ਵੀ ਭਲਾ ਕਰ ਦਿੱਤਾ। ਚਲਿਆ ਗਿਆ, ਉਹ ਆਪਣੇ ਆਨੰਦ ਵਿੱਚ ਹੈ। ਬਾਦਸ਼ਾਹ ਕਿਤੇ ਇਹਨਾਂ ਦੇ ਕਈ ਤਰ੍ਹਾਂ ਦੇ ਰੰਗ ਢੰਗ ਹੁੰਦੇ ਵੀ ਜਿਹਦੇ ਮੂਹਰੇ ਨਿਕਲਿਆ ਸ਼ਿਕਾਰ ਵੀ ਉਹੀ ਜਾਊਗਾ ਇਕੱਲਾ। ਸੂਰਮਤਾ ਹੀ ਉਹ ਹੰਕਾਰ ਹੁੰਦਾ ਸੀ। ਬਾਦਸ਼ਾਹ ਦੇ ਮੂਹਰੇ ਨਿਕਲਿਆ ਉਹ ਸ਼ਿਕਾਰ ਭੱਜਦਾ ਗਿਆ, ਦੂਜੇ ਰਾਜੇ ਦੀ ਹੱਦ ਜਾ ਵੜਿਆ। ਹੁਣ ਹੱਦ ਦੇ ਵਿੱਚ ਇੱਕ ਉਹ ਆਗਿਆ ਲਈ ਤੋਂ ਬਿਨਾਂ ਵੜ ਨਹੀਂ ਸਕਦਾ ਸੀ ਕੋਈ। ਗਾਹਾਂ ਉਹਨੂੰ ਫੜ ਲਿਆ, ਫੜ ਕੇ ਉਧਰ ਕਿਤੇ ਦੇਵੀ ਦੇ ਭਗਤ ਕਿਤੇ ਬਲੀ ਦੇਣ ਵਾਸਤੇ, ਕਿਸੇ ਨੇ ਕਿਹਾ ਬੰਦੇ ਦੀ ਬਲੀ ਦੇਣੀ ਸੀ, ਉਹ ਕਹਿੰਦੇ ਵੀ ਆਹ ਵਧੀਆ ਹੋ ਗਿਆ, ਦੋਨੇ ਕੰਮ ਹੋ ਜਾਣਗੇ, ਨਾਲੇ ਬਲੀ ਦਿੱਤੀ ਜਾਊਗੀ ਤੇ ਨਾਲੇ ਇਹ ਹੱਦ ਟੱਪ ਗਿਆ। ਫੜਿਆ ਉਹਨੂੰ, ਫੜ ਕੇ ਕਹਿੰਦੇ ਚੱਲ ਬਈ ਕਰ ਇਸ਼ਨਾਨ। ਜਦ ਇਸ਼ਨਾਨ ਕਰਨ ਲੱਗੇ ਉਹਦਾ ਅੰਗ ਭੰਗ ਦੇਖਿਆ, ਕਹਿੰਦੇ ਉਹ ਕਹਿੰਦੇ ਇਹਦੀ ਤਾਂ ਨਹੀਂ ਬਲੀ ਦਿੱਤੀ ਜਾ ਸਕਦੀ।
ਕਿਉਂ? ਕਹਿੰਦੇ ਅੰਗ ਭੰਗਾ ਹੈ। ਜਾਓ ਕਹਿੰਦੇ ਕਾਹਨੂੰ ਪਰਦੇਸੀ ਬੰਦਾ ਛੱਡ ਦਿਓ। ਛੱਡਤਾ। ਬਾਦਸ਼ਾਹ ਆ ਗਿਆ, ਕਹਿੰਦਾ ਉਹ ਕਹਿੰਦਾ ਵੀ ਵਜ਼ੀਰ ਨੇ ਤਾਂ ਠੀਕ ਹੀ ਕਿਹਾ ਸੀ। ਇਹ ਉਹਨੇ ਕਿਹਾ ਵੀ ਵਜ਼ੀਰ ਨੂੰ ਬੁਲਾਓ। ਕਹਿੰਦਾ ਵੀ ਤੈਨੂੰ ਮੈਂ ਇੱਕ ਮੇਰੇ ਸਵਾਲ ਦਾ ਤਾਂ ਉੱਤਰ ਮੈਨੂੰ ਮਿਲ ਗਿਆ ਵੀ ਜੇ ਮੇਰੀ ਅੰਗੁਲੀ ਨਾ ਵੱਢੀ ਹੁੰਦੀ ਨਾ ਮੈਨੂੰ ਬਲੀ ਦੇ ਦੇਣਾ ਸੀ। ਮੈਂ ਤਾਂ ਗਿਆ ਆਇਆ ਸੀ, ਹੁਣ ਮੈਂ ਜਿਉਂਦਾ ਤਾਂ ਹਾਂ। ਇਹ ਤਾਂ ਵੀ ਰੱਬ ਨੇ ਚੰਗਾ ਕੀਤਾ ਉਂਗਲੀ ਕੱਟ ਕੇ, ਆਹ ਮੈਨੂੰ ਪਤਾ ਲੱਗ ਕਰ। ਜਿਹੜਾ ਤੂੰ ਕਿਹਾ ਸੀ ਵੀ ਇਹ ਤਾਂ ਬਹੁਤ ਹੀ ਚੰਗਾ ਕੀਤਾ, ਤੈਨੂੰ ਬਹੁਤਾ ਚੰਗਾ ਕੀ ਕੀਤਾ? ਤੈਨੂੰ ਤਾਂ ਨੌਕਰੀ ਤੇ ਹਟਾਇਆ ਸੀ ਮੈਂ। ਉਹ ਕਹਿੰਦਾ ਬਾਦਸ਼ਾਹ ਅੱਜ ਤੱਕ ਤੂੰ ਕਦੇ ਮੇਰੇ ਤੋਂ ਬਿਨਾਂ ਬਾਕੀ ਦਿਆਂ ਨੂੰ ਤਾਂ ਕਹਿੰਦਾ ਸੀ ਪਿੱਛੇ ਰਹੋ, ਮੈਨੂੰ ਨਾਂ ਰੱਖਦਾ ਸੀ ਤੂੰ, ਤੈਂ ਮੈਨੂੰ ਨਾਲ ਲੈ ਜਾਣਾ ਸੀ ਤੇ ਮੇਰੇ ਅੰਗ ਸਾਬਤ ਸੀ। ਕਹਿੰਦੇ ਤੇਰੇ ਥਾਂ ਤੇ ਫਿਰ ਮੇਰੀ ਬਲੀ ਹੋਣੀ ਸੀ ਉੱਥੇ। ਇਹ ਬਹੁਤ ਹੀ ਭਲਾ ਹੋ ਗਿਆ ਨਹੀਂ? ਕਹਿੰਦਾ ਵੀ ਠੀਕ ਆ, ਮੈਂ ਤੈਨੂੰ ਅੱਗੇ ਤੋਂ ਤੇਰੀ ਤਨਖਾਹ ਵੀ ਵਧਾਉਣਾ, ਤੇਰਾ ਅਹੁਦਾ ਜਿਹੜਾ ਮੈਨੂੰ ਹੁਣ ਪਤਾ ਲੱਗਿਆ ਤੂੰ ਮੇਰਾ ਪਰਮ ਮਿੱਤਰ ਹੈ। ਕਿਉਂ? ਰੱਬ ਦੀ ਆਗਿਆ ਪਾਲਣ ਕਰਕੇ ਇੱਕ ਵਜ਼ੀਰ ਵੀ ਐਡੇ ਮਰਤਬੇ ਤੇ ਰਾਜੇ ਦਾ ਦਿਲ ਜਿੱਤ ਗਿਆ। ਉਹ ਰੱਬ ਦੀ ਆਗਿਆ ਮੰਨੀ ਹੈ। ਅਸੀਂ ਨਹੀਂ ਮੰਨਾਂਗੇ ਗੁਰੂ ਕਾ ਸਿੱਖ ਹੋ ਕੇ, ਭਾਈ ਕੌਣ ਮੰਨੇਗਾ? ਗੁਰੂ ਕਿਰਪਾ ਕਰੇ ਆਓ, ਕਿਉਂਕਿ ਰਾਗ ਸ਼ੁਰੂ ਹੋਇਆ ਇਸ ਕਰਕੇ ਇੱਕੋ ਹੀ ਸ਼ਬਦ ਹੋਇਆ। ਤੇ ਕੱਲ ਨੂੰ ਫਿਰ ਅੱਗੇ ਜਿਸ ਪ੍ਰਕਾਰ ਚੌਥੇ ਪਾਤਸ਼ਾਹ ਦਾ ਸ਼ਬਦ ਮਹਾਰਾਜ ਇੱਥੇ ਲਿਖਣਗੇ ਸੋ ਪੁਰਖ ਵਾਲਾ, ਉਹਦੀ ਵੀ ਕੁਝ ਵਿਚਾਰ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਣ। ਸਭ ਦੇ ਸਵਾਸ ਮਹਾਰਾਜ ਸਾਹਿਬ ਜੀ ਸਫਲੇ ਕਰਨ। ਆਓ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰੀਏ ਗੁਰੂ ਸਾਹਿਬ ਦੇ ਕੋਲੋਂ। ਇੱਥੇ ਹੀ ਸਮਾਪਤੀ ਹੈ ਜੀ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹੋ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।